ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ। ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜੇਹ। ਰੂਪ ਰੰਗ ਅਰ ਰੇਖ ਪੇਖ ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਂਤਰਣ ਕਹਿਤ। ਤਵੈ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਹ ਕੀ ਉਚਰੈ ਸਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਭਦਰੋ ਸੁਣੈ ਜੋ ਕਾਲ ਕਿਰਪਾ ਕਰਾਏ। ਪਿੰਗਲ ਪਰਬਤ ਪਾਰ ਪਰੇ ਖਾਲ ਚਤੁਰਬ ਕੀਤਾ। ਅੰਧਲੇ ਤ੍ਰਿਭੁਵਨ ਸੂਝਿਆ ਗੁਰ ਭੇਟ ਪਨੀਤਾ। ਮਹਿਮਾ ਸਾਧੂ ਸੰਗ ਕੀ ਸੁਨਹੁ ਮਿਰ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਡੰਡੌਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ ਚੌਤੁਕੇ। ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ। ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕਉ ਅਤ ਭਾਈ। ਮਾਏ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰ ਜਵਾਈ। ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕਉ ਅਤ ਭਾਈ। ਹੁਕਮ ਭਇਆ ਬਾਹਰ ਘਰ ਛੋਡਿਆ ਖਿਨ ਮਹਿ ਭਈ ਪਰਾਈ। ਨਾਮ ਦਾਨ ਇਸਨਾਨ ਨ ਮਨ ਮੁਖ ਤੇ ਤਨ ਧੂੜ ਤੁਮਾਈ। ਮਨ ਮਾਨਿਆ ਨਾਮ ਸੁਖਾਈ ਪਾਏ ਪਰੋ ਗੁਰ ਕੈ ਬਲਿਹਾਰੈ। ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਉ ਝੂਠ ਪ੍ਰੀਤ ਮਨ ਬੇਦਿਆ। ਜਨ ਸਿਉ ਬਾਦ ਰੁਚਾਈ ਮਾਇਆ ਮਗਨ ਅਹਨਿਸ ਮਗ ਜੋ ਹੈ। ਨਾਮ ਨਾ ਲੇਵੈ ਮਰੈ ਬਿਖ ਖਾਈ। ਗੰਧਨ ਵੈਣ ਰਤਾ ਹਿਤ ਘਾਰੀ ਸਬਦੈ ਸੁਰਤ ਨ ਆਈ। ਰੰਗ ਨ ਰਾਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ। ਸਾਧ ਸਭਾ ਮੈਂ ਸਹਿਜ ਨ ਚਾਖਿਆ ਜਿਹਵਾ ਰਸ ਨਹੀਂ ਰਾਈ। ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ।
ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸੈ ਨਾ ਭਾਈ। ਜਮਦਰ ਬਾਦਾ ਠੌਰ ਨਾ ਪਾਵੈ, ਆਪਣਾ ਕੀਆ ਕਮਾਈ। ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨ ਜਾਈ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਨਾਨਕ ਗੁਰ ਬਿਨ ਭਰਮ ਨ ਭਾਗੈ, ਸਚ ਨਾਮ ਵਡਿਆਈ। ਨਿਰਭਉ ਨਿਰੰਕਾਰ ਨਿਰਵੈਰ, ਪੂਰਨ ਜੋਤ ਸਮਾਈ। ਨਾਨਕ ਗੁਰ ਬਿਨ ਭਰਮ ਨ ਭਾਗੈ, ਸਚ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ, ਜੁਗੋ ਜੁਗੋ ਟਲ ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੁੱਲੇ ਦਰਸ਼ਨ ਬਖਸ਼ੇ ਹਨ। ਮਹਾਰਾਜ ਜੀ ਦੇ ਹਜ਼ੂਰ ਪੰਜ ਬਾਣੀਆਂ ਦੇ ਨਿਤਨੇਮ ਹੋਏ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਵਾਹਿਗੁਰੂ ਮੰਤਰ ਦਾ ਜਾਪ ਹੋਇਆ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਉਪਰੰਤ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਆਪ ਜੀ ਰੋਜ਼ ਸਰਵਣ ਕਰਦੇ ਹੋ। ਸੋਠ ਰਾਗ ਅੰਦਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰ ਰਹੇ ਹਨ, ਭਾਵਨਾ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਜੋ ਸਾਡੇ ਭਲੇ ਲਈ, ਸਾਡੀ ਕਲਿਆਣ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਤੇ ਇਸ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸੋਠ ਮਹੱਲਾ ਪਹਿਲਾ ਚੌ ਤੁਕੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸੋਠ ਰਾਗਣੀ ਵਿੱਚ ਸਾਧ ਸੰਗਤ ਜੀ ਇਹ ਸ਼ਬਦ ਹੈ। 6ਵੇਂ ਨੰਬਰ ਤੇ ਮੇਘ ਰਾਗ ਰਾਗਮਾਲਾ ਵਿੱਚ ਆਇਆ ਹੈ, ਔਰ ਮੇਘ ਰਾਗ ਦੀ ਇਸਤਰੀ ਸੋਠ ਰਾਗਣੀ ਮੰਨੀ ਗਈ, ਪਰ ਆਪਾਂ ਆਪਣੀ ਬੋਲੀ ਵਿੱਚ ਸਾਰਿਆਂ ਨੂੰ ਰਾਗ ਹੀ ਕਹਿੰਦੇ ਹਾਂ। ਰਾਤ ਦੇ ਦੂਸਰੇ ਪੈਰ ਤੋਂ ਬਾਅਦ ਇਹਦੇ ਗਾਉਣ ਦਾ ਸਮਾਂ ਪ੍ਰਾਰੰਭ ਹੁੰਦਾ ਹੈ। ਉਸ ਸੋਠ ਰਾਗਣੀ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ 4 ਪੌੜੀਆਂ ਵਾਲਾ ਇਹ ਸ਼ਬਦ ਉਚਾਰਨ ਕੀਤਾ। ਮਾਏ ਬਾਪ ਕੋ ਬੇਟਾ ਨੀਕਾ, ਸਸਰੇ ਚਤਰ ਜੁਆਈ। ਕਹਿੰਦੇ ਨੇ ਜਿਵੇਂ ਮਾਂ ਬਾਪ ਵਾਸਤੇ ਬੇਟਾ ਪਿਆਰਾ ਹੁੰਦਾ, ਸਹੁਰੇ ਪਰਿਵਾਰ ਵਾਸਤੇ ਜੇ ਸਿਆਣਾ ਜਵਾਈ ਹੋਵੇ ਉਹ ਪਿਆਰਾ ਹੁੰਦਾ। ਬਾਲ ਕੰਨਿਆ ਕੋ ਬਾਪ ਪਿਆਰਾ, ਬਚਪਨ ਵਿੱਚ ਕੰਨਿਆ ਨੂੰ ਆਪਣਾ ਬਾਪ ਜਿਵੇਂ ਪਿਆਰਾ ਹੁੰਦਾ। ਭਾਈ ਕਹੋ ਅਤ ਭਾਈ, ਤੇ ਭਾਈ ਨੂੰ ਭਾਈ ਜਿਵੇਂ ਪਿਆਰਾ ਹੁੰਦਾ। ਅਥਵਾ ਕਹਿੰਦੇ ਨੇ ਮਾਂ ਬਾਪ ਦਾ ਪਿਆਰਾ ਬੇਟਾ ਸੀ, ਕਦੇ ਆਪਣੇ ਸਹੁਰਿਆਂ ਦਾ ਸਿਆਣਾ ਜਵਾਈ ਸੀ ਉਹ। ਕੋਈ ਬਾਲ ਕੰਨਿਆ ਵਾਸਤੇ ਉਹਨੂੰ ਉਹਦਾ ਬਾਪ ਪਿਆਰਾ, ਭਰਾਵਾਂ ਦਾ ਕਦੀ ਉਹ ਪਿਆਰਾ ਭਰਾ ਸੀ। ਹੁਕਮ ਪਾਇਆ ਬਾਹਰ ਘਰ ਛੋੜਿਆ, ਖਨ ਮੈਂ ਭਈ ਭਰਾਈ। ਕਹਿੰਦੇ ਦੇਖੋ, ਜਿਹੜਾ ਕਦੇ ਕਿਸੇ ਦਾ ਜਵਾਈ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਭਰਾ ਹੈ, ਕਿਸੇ ਦਾ ਬਾਪ ਹੈ, ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਆਇਆ ਤੇ ਸਭ ਕੁਝ ਛੱਡ ਕੇ ਇੱਕ ਪਲ 'ਚ ਪਰਾਇਆ ਹੋ ਗਿਆ। ਭਰਾ ਛੱਡਣੇ ਪਏ, ਮਾਤਾ ਪਿਤਾ ਵੀ ਛੁੱਟ ਗਿਆ, ਧੀਆਂ ਪੁੱਤਰ ਪਰਿਵਾਰ ਸਭ ਕੁਝ। ਹੁਕਮ ਪਾਇਆ ਬਾਹਰ ਘਰ ਛੋੜਿਆ। ਕਹਿੰਦੇ ਪ੍ਰਮਾਤਮਾ ਦਾ ਹੁਕਮ ਆਇਆ, ਉਹੀ ਜਿਨ੍ਹਾਂ ਦਾ ਪਿਆਰਾ ਭਰਾ ਸੀ, ਜਿਨ੍ਹਾਂ ਦਾ ਪਿਆਰਾ ਪੁੱਤਰ ਸੀ, ਜਿਨ੍ਹਾਂ ਦਾ ਪਿਆਰਾ ਮਿੱਤਰ ਸੀ, ਕਹਿੰਦੇ ਆਪ ਹੀ ਚੱਕ ਕੇ ਬਾਹਰ ਛੱਡ ਆਏ ਉਹ। ਜਦੋਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ, ਪ੍ਰਾਣਾਂ ਦਾ ਵਿਜੋਗ ਹੋਇਆ, ਹੁਕਮ ਪਾਇਆ ਬਾਹਰ ਘਰ ਛੋੜਿਆ। ਖਿਨ ਮੈਂ ਭਈ ਪਰਾਈ। ਕਹਿੰਦੇ ਸਾਰੀ ਸ੍ਰਿਸ਼ਟੀ ਇੱਕ ਪਲ 'ਚ ਉਹਦੇ ਲਈ ਪਰਾਈ ਹੋ ਗਈ। ਸਾਰੇ ਪਦਾਰਥ, ਸਾਰੇ ਸੰਬੰਧੀ ਇੱਕ ਪਲ ਵਿੱਚ ਹੀ ਪਰਾਏ ਹੋ ਗਏ, ਜਿਨ੍ਹਾਂ ਦਾ ਕਦੀ ਪਿਆਰਾ ਸੀ। ਹੁਕਮ ਪਰਮਾਤਮਾ ਦਾ ਆਇਆ, ਜੀਵ ਆਤਮਾ ਸਰੀਰ ਤੋਂ ਵੱਖ ਹੋਏ, ਕਹਿੰਦੇ ਆਪ ਹੀ ਉਹ ਚੱਕ ਕੇ ਛੱਡ ਆਏ ਨੇ। ਵੇਖੋ ਭਾਈ ਚੱਲਿਆ, ਵੇਖੋ ਬੰਦਾ ਚੱਲਿਆ, 4 ਜਣਿਆਂ ਦਾ ਕੰਨ, ਕਹਿੰਦੇ ਆਪ ਹੀ ਛੱਡ ਆਏ ਚੱਕ ਕੇ ਬਾਹਰ।
ਨਾਮ ਦਾਨ ਇਸ਼ਨਾਨ ਨਾ ਮਨਮੁਖ। ਕਹਿੰਦੇ ਨੇ ਮਨਮੁਖਤਾਈ ਵਿੱਚ ਸਾਰੀ ਉਮਰ ਬਤੀਤ ਕਰ ਦਿੱਤੀ, ਨਾ ਨਾਮ ਜਪਿਆ, ਨਾ ਦਾਨ ਕੀਤਾ, ਨਾ ਇਸ਼ਨਾਨ ਕੀਤਾ। ਕਿਉਂਕਿ ਇਹ ਨੁਕਤੇ ਦੀਆਂ ਗੱਲਾਂ ਸੀ। ਮਹਾਰਾਜ ਨੇ ਆਖਿਆ ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਦੀ ਇਹ ਨਿਸ਼ਾਨੀ ਹੈ। ਉਹਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਫਿਰ ਦਾਨ ਵੀ ਕਰਨਾ। ਪਰ ਕਹਿੰਦੇ ਨੇ ਨਾਮ ਦਾਨ ਇਸ਼ਨਾਨ ਨਾ ਮਨਮੁਖ। ਇਸ ਮਨਮੁਖ ਬੰਦੇ ਨੇ ਨਾ ਨਾਮ ਜਪਿਆ, ਨਾ ਇਸ਼ਨਾਨ ਕੀਤਾ, ਨਾ ਦਾਨ ਕੀਤਾ। ਜਿਨ੍ਹਾਂ ਨੂੰ ਇਹ ਸਾਰੀ ਉਮਰ ਆਪਣੇ ਸਮਝਦਾ ਰਿਹਾ, ਭਰਾਵਾਂ ਨੂੰ, ਮਿੱਤਰਾਂ ਨੂੰ, ਪਰਿਵਾਰ ਨੂੰ, ਕਹਿੰਦੇ ਜਦੋਂ ਹੁਕਮ ਹੋਇਆ ਇੱਕ ਪਲ 'ਚ ਉਹੀ ਚੱਕ ਕੇ ਬਾਹਰ ਛੱਡ ਆਏ। ਫਿਰ ਉਹਨਾਂ ਕਰਕੇ ਪਰਮੇਸ਼ਰ ਦਾ ਨਾਮ ਵੀ ਨਾ ਜਪ ਸਕਿਆ, ਨਾਮਦਾਨ ਇਸ਼ਨਾਨ ਤੋਂ ਵੀ ਵਾਂਝਾ ਹੀ ਰਿਹਾ। ਤਿਤ ਤਨ ਧੂੜ ਧਮਾਈ। ਕਹਿੰਦੇ ਬਸ ਤਨ ਧੂੜ ਹੋ ਗਿਆ, ਹੁਣ ਕੋਈ ਮਿੱਤਰ ਨਹੀਂ, ਕੋਈ ਭਰਾ ਨਹੀਂ। ਸਾਰੀ ਉਮਰ ਉਸ ਤਨ ਦੇ ਨਾਲ ਧੂੜ ਹੀ ਕਹਿੰਦੇ ਉਡਾਉਂਦਾ ਰਿਹਾ। ਕੋਈ ਗੁਰਮੁਖਾਂ ਵਾਲਾ ਕੰਮ ਨਾਮਦਾਨ ਇਸ਼ਨਾਨ ਵਾਲਾ ਨਹੀਂ ਕੀਤਾ। ਮਨ ਮਾਨਿਆ ਨਾਮ ਸਖਾਈ। ਕਹਿੰਦੇ ਅਸਲ ਵਿੱਚ ਨਾਮ ਨੂੰ ਜੇ ਕਿਤੇ ਆਪਣਾ ਸਖਾ ਸਮਝਦਾ ਨਾ, ਪਰਿਵਾਰ ਵੀ ਆਪਣੇ ਸੀ, ਪਰ ਅਸਲ ਵਿੱਚ ਨਾਮ ਸਭ ਤੋਂ ਵੱਧ ਆਪਣਾ ਸੀ। ਜੇ ਕਿਤੇ ਕਹਿੰਦੇ ਨਾਮ ਨੂੰ ਆਪਣਾ ਸਖਾ ਮੰਨਿਆ ਹੁੰਦਾ, ਫਿਰ ਮਨ ਨਾਲ ਨਾਮ ਮੰਨਦਾ, ਮਨ ਨਾਮ ਦੇ ਨਾਲ ਮੰਨ ਗਿਆ ਹੁੰਦਾ। ਕਿਤੇ ਮਨ ਮਾਨਿਆ ਨਾਮ ਸਖਾਈ, ਪਾਏ ਪਰੋ ਗੁਰ ਕੈ ਬਲਿਹਾਰ। ਕਹਿੰਦੇ ਮੈਂ ਗੁਰੂ ਤੋਂ ਸਦਕੇ ਜਾਣਾ, ਬਲਿਹਾਰ ਜਾਣਾ। ਜਿਨ ਸਾਚੀ ਬੂਝ ਬੁਝਾਈ, ਜਿਹਨੇ ਕਿਰਪਾ ਕਰਕੇ ਜਣਾ ਦਿੱਤਾ, ਇਹ ਗੱਲ ਸੱਚੀ ਦੱਸ ਦਿੱਤੀ ਵੀ ਗੁਰਮੁਖਾ ਇੱਕ ਦਿਨ ਤੈਨੂੰ ਇਹਨੇ ਚੱਕ ਕੇ ਬਾਹਰ ਛੱਡ ਆਉਣਾ, ਪਰਮੇਸ਼ਰ ਦਾ ਨਾਮ ਜਪਿਆ ਕਰ। ਇਹ ਸਕੇ ਸੰਬੰਧੀ ਇੱਕ ਪਲ 'ਚ ਤੇਰੇ ਤੋਂ ਉੱਪਰੇ ਹੋ ਜਾਣੀ। ਇੱਕ ਪਲ 'ਚ ਹੱਥਾਂ 'ਚ ਨਬਜਾਂ ਫੜੀਆਂ ਰਹਿ ਜਾਂਦੀਆਂ। ਬਸ ਕਹਿੰਦੇ ਹੁਣ ਇਹ ਸਾਡਾ ਨਹੀਂ, ਵੀ ਆਪਣਾ ਹੁੰਦਾ ਤੇ ਕਾਹਤੋਂ ਜਾਂਦਾ। ਇੱਕ ਪਲ 'ਚ ਹੀ ਕਹਿਣ ਲੱਗ ਪੈਂਦੇ ਆਪਣਾ ਨਹੀਂ। ਆਪਣਾ ਨਾਮ ਸੀ, ਉਹ ਆਪਣਾ ਲੱਗਾ ਹੀ ਨਹੀਂ। ਜਿਵੇਂ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਨਾ, ਉਹ ਕਹਿੰਦੇ ਪਰ ਕੀ ਕਹੋ ਆਪਣੀ ਕਰ ਜਾਨੀ, ਆਪਣੋਂ ਨਹੀਂ ਪਾਇਆ। मीठे को कौड़ा कह कड़ुए को मीठा, राते की निंदा करे ऐसा कल मैं डीठा। कहते ऐसा ऐसी ਇਹਦੀ ਬਿਰਤੀ, ਇਹਦਾ ਸੁਭਾਅ ਇਸ ਤਰ੍ਹਾਂ ਦਾ ਹੋ ਗਿਆ ਸੀ। ਜੋ ਆਪਣਾ ਸੀ ਉਹਨੂੰ ਪਰਾਇਆ ਸਮਝਦਾ ਰਿਹਾ, ਜੋ ਪਰਾਇਆ ਸੀ ਉਹਨੂੰ ਇਹਨੇ ਆਪਣਾ ਸਮਝ ਛੱਡਿਆ। ਪਰ ਗੁਰੂ ਸਾਹਿਬ ਨੇ ਕਹਿੰਦੇ ਅਸੀਂ ਗੁਰੂ ਤੋਂ ਸਦਕੇ ਜਾਂਦੇ ਹਾਂ। ਜਿਸ ਗੁਰੂ ਨੇ ਇਹ ਸਮਝ ਸਾਨੂੰ ਬਖਸ਼ ਦਿੱਤੀ ਭਈ ਇਹ ਸਾਰਾ ਕੁਝ ਜਿਹਨੂੰ ਤੂੰ ਆਪਣਾ ਮੰਨੀ ਬੈਠਾ, ਇੱਕ ਦਿਨ ਛੱਡ ਕੇ ਪਰਾਇਆ ਹੋਣਾ ਪੈਣਾ ਭਾਈ। ਇਸ ਕਰਕੇ ਨਾਮ ਜਿਹੜਾ ਤੇਰਾ ਆਪਣਾ ਨਾ, ਨਾਮ ਜਿਹੜਾ ਤੇਰਾ ਸਖਾ ਹੈ, ਉਸ ਨਾਮ ਨਾਲ ਥੋੜ੍ਹੀ ਬਹੁਤ ਪ੍ਰੀਤੀ ਲਾ। ਮਨ ਮਾਨਿਆ ਨਾਮ ਸਿਖਾਈ, ਪਾਏ ਪਰੋ ਗੁਰ ਕੈ ਬਲਿਹਾਰ। ਜਿਹਨੂੰ ਸਾਚੀ ਬੂਝ ਬੁਝਾਈ। ਕਹਿੰਦੇ ਗੁਰੂ ਦੇ ਚਰਨੀ ਪੈਣਾ ਮੈਂ ਬਲਿਹਾਰ ਜਾਨਾ ਸਦਕੇ, ਜਿਨ੍ਹਾਂ ਨੇ ਅਸਲ ਵਿੱਚ ਸਮਝਾ ਦਿੱਤੀ ਗੱਲ। ਰਹਾਓ ਵਿਸਰਾਮ ਦੇ ਕੇ ਕਿਰਪਾ ਕਰਦੇ, ਜਗ ਸਿਓ ਝੂਠ ਪ੍ਰੀਤ ਮਨ ਵਿਧਿਆ। ਕਹਿੰਦੇ ਜਗਤ ਨਾਲ ਤੇ ਝੂਠੀ ਪ੍ਰੀਤੀ ਸੀ। ਮਨ ਸਾਰੀ ਉਮਰ ਜਗਤ ਵਿੱਚ ਹੀ ਵਿੰਨਿਆ ਰਿਹਾ, ਜਗਤ ਦੀ ਝੂਠੀ ਪ੍ਰੀਤ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਓ ਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ। ਨਾਵੇਂ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਸਭ ਆਪੋ ਆਪਣੇ ਸੁੱਖਾਂ ਨਾਲ ਕਰਕੇ ਜੁੜੇ ਹੁੰਦੇ ਨੇ। ਜਿਸ ਵੇਲੇ ਉਹ ਸੁੱਖ ਨਾ ਦਿਖਾਈ ਦੇਣ, ਫਿਰ ਕੋਈ ਆਪਣਾ ਨਹੀਂ ਹੁੰਦਾ। ਮਨ ਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ। ਜਿਚਰ ਪਹਿਨਣ ਖਾਵਣੇ ਤੇ ਚਿਰ ਰੱਖਣ ਗੰਧ। ਕਹਿੰਦੇ ਜਦੋਂ ਤੱਕ ਖਾਣ ਪੀਣ ਲਈ ਮਿਲਦਾ ਰਹੇ, ਪਹਿਨਣ ਵਾਸਤੇ ਖਾਣ ਲਈ ਮਿਲਦਾ, ਉਦੋਂ ਤੱਕ ਲੱਗਦਾ ਮੇਰੇ ਮੇਰੇ। ਜਦੋਂ ਮਿਲਣੋਂ ਹਟ ਜੇ, ਜਿਸ ਦਿਨ ਕਿਛ ਨਾ ਹੋਈ ਤੇ ਦਿਨ ਬੋਲਣ ਕਹਿੰਦੇ। ਮਹਾਰਾਜ ਦੇ ਬਚਨ ਕਹਿੰਦੇ ਉਸ ਦਿਨ ਉਸੇ ਵੇਲੇ ਉਲਟ ਹੋ ਜਾਂਦਾ ਕੰਮ, ਉਹਨਾਂ ਦੀ ਨਿੰਦਿਆ ਕਰਨ ਲੱਗ ਪੈਂਦਾ। ਜਗ ਸਿਓ ਝੂਠ ਪ੍ਰੀਤ ਮਨ ਵਿਧਿਆ। ਕਹਿੰਦੇ ਜਗਤ ਨਾਲ ਝੂਠੀ ਪ੍ਰੀਤੀ 'ਚ ਮਨ ਵਿੰਨਿਆ ਰਿਹਾ ਸਾਰੀ ਉਮਰ। ਜਨ ਸਿਓ ਬਾਦ ਰਚਾਈ, ਤੇ ਰੱਬ ਦੇ ਪਿਆਰਿਆਂ ਨਾਲ ਝਗੜਾ ਹੀ ਪਾਈ ਰੱਖਿਆ। ਜਗਤ ਦੇ ਪਦਾਰਥਾਂ ਨਾਲ ਪ੍ਰੀਤੀ ਸੀ। ਜਿਹੜੇ ਸੰਤ ਜਨ ਸਨ, ਰੱਬ ਦੇ ਪਿਆਰੇ, ਕੋਈ ਨਾਮ ਦੀ ਗੱਲ ਕਰਨ ਵਾਲੇ, ਕਹਿੰਦੇ ਉਹਨਾਂ ਨਾਲ ਵਾਦ ਵਿਵਾਦ ਹੀ ਰੱਖਿਆ ਸਾਰੀ ਉਮਰ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਜਗ ਸਿਓ ਝੂਠ ਪ੍ਰੀਤ ਮਨ ਵਿਧਿਆ, ਜਨ ਸਿਓ ਬਾਦ ਰਚਾਈ। ਕਹਿੰਦੇ ਪ੍ਰਮਾਤਮਾ ਦੇ ਜਨਾਂ ਨਾਲ ਝਗੜਾ ਰੱਖੀ ਰੱਖਿਆ। ਮਾਇਆ ਮਗਨ ਐਨ ਸਮਗ ਮੋਹ ਹੈ ਜੋ ਹੈ। ਕਹਿੰਦੇ ਮਨ ਮਾਇਆ 'ਚ ਮਗਨ ਸੀ, ਮਸਤ ਸੀ। ਦਿਨੇ ਰਾਤ ਬਸ ਇਹੀ ਜਪਦਾ ਰਹਿੰਦਾ ਸੀ ਵੀ ਇਹ ਕਿਵੇਂ ਆਵੇਗੀ। ਜਪਣਾ ਤਾਂ ਪਰਮੇਸ਼ਰ ਸੀ,
ਪਰ ਕਹਿੰਦੇ ਮਾਇਆ ਮਨਹੁ ਨ ਵਿਸਰੈ ਮੰਗੈ ਦਮਾ ਦਮ। ਸਿਮਰਨ ਪਰਮੇਸ਼ਰ ਦਾ ਕਰਨਾ ਸੀ ਪਰ ਇਸੇ ਦਾ ਕਰੀ ਗਿਆ। ਮਾਇਆ ਮਗਨ ਐਨਸ ਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ। ਕਹਿੰਦੇ ਨਾਮ ਨਹੀਂ ਲਿਆ, ਬਸ ਜ਼ਹਿਰ ਵਰਗੇ ਪਦਾਰਥ ਵਿਸ਼ੇ ਰੰਗ ਤਮਾਸ਼ੇ ਦੇਖ ਦੇਖ ਮਰ ਗਿਆ। ਪਰਮੇਸ਼ਰ ਦਾ ਨਾਮ ਨਾ ਜਪਿਆ। ਨਾਮ ਨਾ ਲੇਵੈ ਮਰੈ ਬਿਖ ਖਾਈ। ਗੰਧੜ ਵੈਣ ਰਤਾ ਹਿਤਕਾਰੀ। ਕਹਿੰਦੇ ਜਿਹੜੇ ਗੰਦੇ ਬੋਲ ਸਨ ਨਾ, ਗੀਤ ਢੋਲ ਢਮੱਕੇ, ਬੜੇ ਪ੍ਰੇਮ ਨਾਲ ਸੁਣਦਾ ਰਿਹਾ ਸਾਰੀ ਉਮਰ। ਗੰਧੜ ਵੈਣ ਰਤਾ ਹਿਤਕਾਰੀ। ਕਹਿੰਦੇ ਇਹਦਾ ਹਿੱਤ ਸੀ ਗੰਧੜ ਵੈਣ। ਗੰਧੜ ਵੈਣ ਕਹਿੰਦੇ ਗੰਦੇ ਬੋਲਾਂ ਨੂੰ। ਕਹਿੰਦੇ ਗੰਦੇ ਗੀਤ ਸੁਣਨ ਚ ਰੁਚੀ ਸੀ, ਪਰਮੇਸ਼ਰ ਦੀ ਸੋਭਾ ਨਹੀਂ ਸੀ ਸੁਣਦਾ, ਪਰਮਾਤਮਾ ਦੀ ਵਡਿਆਈ ਸੁਣਨ ਚ ਰੁਚੀ ਨਹੀਂ ਸੀ। ਆਪਣਾ ਆਪਣਾ ਸੁਭਾਅ ਹੀ ਹੁੰਦਾ। ਮਹਾਰਾਜ ਕਿਰਪਾ ਕਰਨ ਤੇ ਫਿਰ ਕਿਸੇ ਨੂੰ ਕਥਾ ਕੀਰਤਨ ਬਾਣੀ ਕੋਈ ਗੁਰੂ ਦੀ ਗੱਲ ਸੁਣ ਕੇ ਆਨੰਦ ਆਵੇ, ਨਹੀਂ ਤੇ ਗੀਤਾਂ 'ਚ ਹੀ ਰੁਚੀ ਹੁੰਦੀ ਬਹੁਤਿਆਂ ਦੀ। ਤਾਂ ਦੇਖਦੇ ਹੀ ਆਪਾਂ, ਜਿੱਥੇ ਪ੍ਰਮਾਤਮਾ ਦੀ ਗੱਲ ਚੱਲਦੀ ਹੋਵੇ ਉੱਥੇ ਕਿੰਨੇ ਕੁ ਹੁੰਦੇ, ਜਿੱਥੇ ਕੋਈ ਗਾਉਣ ਵਾਲਾ ਹੋਵੇ ਉੱਥੇ ਕਿੰਨੇ ਕੁ ਹੁੰਦੇ। 2-2 ਮਹੀਨੇ ਪਹਿਲਾਂ ਟਿਕਟਾਂ ਲਾ ਲੈਂਦੇ, ਕਹਿੰਦੇ ਅੱਗੇ ਬੈਠਾਂਗੇ, ਇਹ ਨਾ ਹੋਵੇ ਮੁੜ ਕੇ ਵਾਰੀ ਨਾ ਆਵੇ। ਕਿਉਂਕਿ ਸੁਭਾਅ ਇਸ ਤਰ੍ਹਾਂ ਦਾ, ਖੁਰਾਕ ਉਹ ਹੈ ਮਨ ਦੀ। ਗੰਧੜ ਵੈਣ ਰੱਤਾ ਹਿਤਕਾਰੀ। ਬਾਕੀ ਤਾਂ ਚਲੋ ਗੱਲ ਹੀ ਛੱਡੋ। ਜੇ ਇਸ ਉਮਰ ਵਿੱਚ ਬੰਦੇ ਨੇ ਬੱਚਿਆਂ ਨੂੰ ਸਮਝਾਉਣਾ ਹੁੰਦਾ, ਉਹ ਉਸ ਉਮਰ ਵਿੱਚ ਵੀ ਗਾਉਣ ਵਾਲੀਆਂ ਦੇ ਅੱਗੇ ਨੱਚੀ ਜਾਂਦਾ। ਹੁਣ ਉਹਨੂੰ ਕੌਣ ਸਮਝਾਵੇ ਜਿਹਨੇ ਲੋਕਾਂ ਨੂੰ ਸਮਝਾਉਣਾ ਸੀ। ਕਹਿੰਦੇ ਇਹ ਹੁਣ ਮਨ ਦਾ ਹਿੱਤ ਉਸ ਪਾਸੇ ਲੱਗਾ। ਗੰਧੜ ਵੈਣ ਰੱਤਾ ਹਿਤਕਾਰੀ ਸ਼ਬਦੈ ਸੁਰਤ ਨ ਆਈ। ਕਹਿੰਦੇ ਸ਼ਬਦ ਵਿੱਚ ਤੇ ਪ੍ਰੀਤੀ ਆਈ ਨਹੀਂ, ਸੁਰਤ ਸ਼ਬਦ ਵੱਲ ਨੂੰ ਕਦੇ ਹੀ ਨਹੀਂ ਮੁੜੀ, ਬਸ ਢੋਲ ਢਮੱਕਿਆਂ 'ਚ ਹੀ ਫਸਿਆ ਰਿਹਾ। ਰੰਗ ਨਾ ਰਾਤਾ ਰਸ ਨਹੀਂ ਵੇਦਿਆ। ਕਹਿੰਦੇ ਪ੍ਰੇਮ ਰੰਗ ਮਹਾਰਾਜ ਦੇ ਚਰਨਾਂ ਦਾ ਪ੍ਰੇਮ ਰੰਗ ਚੜਿਆ ਹੀ ਨਹੀਂ, ਰਸ ਨਹੀਂ ਵੇਦਿਆ। ਕਦੀ ਨਾਮ ਰਸ ਵਿੱਚ ਮਨ ਨਹੀਂ ਵਿੰਨਿਆ ਗਿਆ, ਕਦੇ ਨਾਮ ਰਸ ਆਇਆ ਹੋਵੇ, ਕਹਿੰਦੇ ਇਦਾਂ ਨਹੀਂ ਹੋਇਆ। ਮਨਮੁਖ ਪੱਤ ਗਵਾਈ। ਮਨਮੁਖ ਨੇ ਕਹਿੰਦੇ ਪੱਤ ਤਾਂ ਹੀ ਗਵਾ ਲਈ ਵੀ ਸਾਰੀ ਉਮਰ ਉਹ ਸੁਣਦਾ ਰਿਹਾ ਜੋ ਸੁਣਨ ਤੋਂ ਮਨਾ ਕੀਤਾ ਸੀ ਮਹਾਰਾਜ ਨੇ। ਕਿਉਂਕਿ ਮਹਾਰਾਜ ਦੇ ਬਚਨ ਮੇਰੇ ਮੋਹਨ ਸ਼ਰਾਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਕਹਿੰਦੇ ਅਜਾਈ ਬੋਲ ਜਿਹੜੇ ਸਾਕਤਾਂ ਵਾਲੇ ਗੀਤ ਨੇ ਮਹਾਰਾਜ, ਉਹ ਨਾ ਮੇਰੇ ਕੰਨਾਂ 'ਚ ਪੈਣ, ਤੁਸੀਂ ਕਿਰਪਾ ਕਰੋ। ਪਰ ਕਹਿੰਦੇ ਨੇ ਇਹਦੀ ਸੁਰਤੀ ਉੱਥੇ ਹੀ ਸੀ। ਪਰਮੇਸ਼ਰ ਦੇ ਨਾਮ 'ਚੋਂ ਕਿੱਥੋਂ ਰਸ ਆਉਣਾ ਸੀ? ਜਿਹਨੂੰ ਰਸ ਉੱਥੋਂ ਆ ਰਿਹਾ ਗੰਦੇ ਗਾਣਿਆਂ 'ਚੋਂ, ਉਹਨੂੰ ਕਥਾ ਕੀਰਤਨ 'ਚੋਂ ਕਿੱਥੋਂ ਰਸ ਆਊ? ਉਹ ਤਾਂ ਮਨ ਹੀ ਨਹੀਂ ਲੱਗਣਾ। ਰੰਗ ਨਹੀਂ ਰਾਤਾ ਰਸ ਨਹੀਂ ਵੇਦਿਆ। ਕਹਿੰਦੇ ਕਦੇ ਮਨ ਨਾਮ ਰਸ 'ਚ ਨਹੀਂ ਵਿੰਨਿਆ ਗਿਆ, ਕਦੇ ਪ੍ਰੇਮ ਰੰਗ ਚੜਿਆ ਹੀ ਨਹੀਂ ਮਨ ਨੂੰ। ਮਨਮੁਖ ਪੱਤ ਗਵਾਈ। ਕਹਿੰਦੇ ਮਨਮੁਖਤਾਈ ਕਰਦੇ ਨੇ ਇੱਜ਼ਤ ਗਵਾ ਲਈ ਆਪਣੀ, ਇਸੇ ਪਾਸੇ ਸਾਰੀ ਉਮਰ ਲੱਗ ਗਈ। ਸਾਧ ਸਭਾ ਮੈਂ ਸਹਿਜ ਨਾ ਚਾਖਿਆ। ਕਹਿੰਦੇ ਸਾਧ ਸਭਾ 'ਚ ਆਣ ਕੇ ਕਦੇ ਗਿਆਨ ਦਾ ਆਨੰਦ ਨਹੀਂ ਮਾਣਿਆ, ਕਦੇ ਗਿਆਨ ਦੀ ਗੱਲ ਨਹੀਂ ਸੁਣੀ। ਸੰਤਾਂ ਦੀ ਸਭਾ 'ਚ, ਸਾਧ ਸਭਾ 'ਚ, ਗੁਰਮੁਖਾਂ ਦੀ ਸਭਾ 'ਚ ਕਹਿੰਦੇ ਬੈਠਾ ਹੀ ਨਹੀਂ ਕਦੇ ਆ ਕੇ। ਸਾਧ ਸਭਾ ਮੈਂ ਸਹਿਜ ਨਾ ਚਾਖਿਆ, ਜਿਹਬਾ ਰਸ ਨਹੀਂ ਰਾਈ। ਕਹਿੰਦੇ ਕਦੇ ਜ਼ਬਾਨ ਤੋਂ ਰਸ ਨਹੀਂ ਲਿਆ ਪਰਮੇਸ਼ਰ ਦੇ ਨਾਮ ਦਾ, ਬੰਦਗੀ ਦਾ, ਬਾਣੀ ਪੜ੍ਹਨ ਦਾ। ਜੇਬਾਂ ਨੂੰ ਰਸ ਕਿੱਥੋਂ ਆਉਣਾ ਸੀ? ਮਹਾਰਾਜ ਦੇ ਬਚਨ ਆ, ਕਹਿੰਦੇ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਪਿਆਸ ਨਾ ਜਾਏ ਹੋਰ ਤੇ ਕਿਤੇ, ਜੇ ਚਿਰ ਹਰ ਰਸ ਪੱਲੇ ਨਾ ਪਾਏ। ਜਦੋਂ ਤੱਕ ਹਰੀ ਰਸ ਨਹੀਂ ਆਵੇਗਾ ਉਦੋਂ ਤੱਕ ਇਹਦੀ ਤ੍ਰਿਸ਼ਨਾ, ਇਹਦੀ ਪਿਆਸ ਨਹੀਂ ਮਿਟਣੀ। ਪਰ ਹਰੀ ਰਸ ਲੈਣ ਵਾਲੇ ਪਾਸੇ ਕਿਸੇ ਵਿਰਲੇ ਦੀ ਸਾਧ ਸੰਗਤ ਦੀ ਰਸਨਾ ਲੱਗੀ ਹੁੰਦੀ, ਕਿਸੇ ਵਿਰਲੇ ਦੀ। ਹਾਲਾਂਕਿ ਮਹਾਰਾਜ ਜੀ ਦੇ ਬਚਨ ਨੇ ਨਾ ਭਈ ਜਿਨ ਜਿਹਵਾ ਦਿੱਤੀ ਬੋਲੇ ਤਾਤ। ਰਸਨਾ ਤਾਂ ਪ੍ਰਮਾਤਮਾ ਨੇ ਦਿੱਤੀ ਸੀ ਪਰਮੇਸ਼ਰ ਦਾ ਨਾਮ ਜਪਣ ਵਾਸਤੇ। ਜੇ ਨਹੀਂ ਤੇ ਫਿਰ ਇਹ ਵੀ ਮਹਾਰਾਜ ਬਚਨ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਹਰ ਹਾਂ ਜਾਂ ਬਿਸਰੇ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਕਹਿੰਦੇ ਰਸਨਾ ਨਾਮ ਨਹੀਂ ਜਪਦੀ, ਸਜ਼ਾ ਮਿਲੇਗੀ ਇਹਨੂੰ, ਤਿਲ ਤਿਲ ਕਰਕੇ ਕੱਟੀ ਜਾਵੇਗੀ। ਹਰ ਹਾਂ ਜਦ ਬਿਸਰੇ ਗੋਬਿੰਦ ਰਾਏ। ਕਹਿੰਦੇ ਜਦੋਂ ਪਰਮੇਸ਼ਰ ਵਿਸਰ ਜਾਂਦਾ ਦਿਨੋਂ ਦਿਨ ਘਟੀਏ, ਉਦੋਂ ਦਿਨੋਂ ਦਿਨ ਘਾਟਾ ਪੈਂਦਾ।
ਜਦੋਂ ਰਸਨਾ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਬਜਾਏ ਫਿਰ ਸਾਰੀ ਉਮਰ ਨਿੰਦਿਆ ਕਰਨ 'ਚ ਬਤੀਤ ਕਰ ਦੇਵੇ, ਕਹਿੰਦੇ ਦਿਨੋਂ ਦਿਨ ਘਾਟਾ ਪੈਂਦਾ ਗੁਰਮੁਖੋ, ਕਿਉਂਕਿ ਪ੍ਰਮਾਤਮਾ ਵਿਸਰ ਗਿਆ। ਸਾਧ ਸਭਾ ਮੈਂ ਸਹਿਜ ਨਾ ਚਾਖਿਆ, ਕਹਿੰਦੇ ਸਾਧੂਆਂ ਦੀ ਸਭਾ 'ਚ ਬੈਠ ਕੇ ਕਦੀ ਗਿਆਨ ਦੀ ਗੱਲ ਨਹੀਂ ਸਰਵਣ ਕੀਤੀ, ਕਦੇ ਗਿਆਨ ਦਾ ਰਸ ਨਹੀਂ ਚੱਖਿਆ। ਜੇਬਾ ਰਸ ਨਹੀਂ ਰਾਈ, ਰਾਈ ਮਾਤਰ ਵੀ ਕਦੇ ਜ਼ਬਾਨ ਨੂੰ ਨਾਮ ਰਸ ਨਹੀਂ ਲੈਣ ਦਿੱਤਾ। ਕਦੇ ਪ੍ਰੇਮ ਵਿੱਚ ਭਿੱਜ ਕੇ ਰਸਨਾ ਨੇ ਸਤਨਾਮ ਵਾਹਿਗੁਰੂ ਨਹੀਂ ਆਖਿਆ। ਮਨ ਤਨ ਧਨ ਆਪਣਾ ਕਰ ਜਾਂਦੇ ਆ, ਕਹਿੰਦੇ ਆਪਣੇ ਤਨ ਨੂੰ, ਆਪਣੇ ਮਨ ਨੂੰ, ਆਪਣੇ ਧਨ ਨੂੰ ਆਪਣਾ ਸਮਝਦਾ ਸੀ। ਦਰ ਕੀ ਖਬਰ ਨਾ ਪਾਈ, ਪ੍ਰਮਾਤਮਾ ਦੇ ਦਰ ਦੀ ਖਬਰ ਹੀ ਕੋਈ ਨਹੀਂ ਸੀ। ਕਹਿੰਦਾ ਸੀ ਇਸ ਧਨ ਮੇਰਾ, ਇਹ ਤਨ ਮੇਰਾ, ਇਹ ਮਨ ਮੇਰਾ। ਪਰ ਗੁਰੂ ਸਾਹਿਬ ਦੇ ਬਚਨ ਕਹਿੰਦੇ ਗੁਰਮੁਖੋ, ਇਹ ਧਨ ਉਦੋਂ ਤੱਕ ਸੰਗੀ ਹੈ ਜਦੋਂ ਤੱਕ ਇਹਦੇ ਨਾਲ ਸੰਜੋਗ ਹੈ। ਸਰੀਰ ਦੇ ਹੁੰਦਿਆਂ ਕਈ ਵਾਰ ਧਨ ਪਰਾਇਆ ਹੋ ਜਾਂਦਾ, ਸਰੀਰ ਨੂੰ ਛੱਡ ਕੇ ਕਈ ਵਾਰੀ ਧਨ ਉਹ ਕਿਸੇ ਹੋਰ ਕੋਲੇ ਚਲਿਆ ਜਾਂਦਾ। ਧਨ ਉਦੋਂ ਤੱਕ ਆਪਣਾ ਸਾਥੀ ਜਦੋਂ ਤੱਕ ਸਵਾਸਾਂ ਦਾ ਸੰਜੋਗ, ਸਵਾਸਾਂ ਦੀ ਲੜੀ ਟੁੱਟੀ ਹੈ। ਤਨ ਜਿਹਨੂੰ ਆਪਣਾ ਸਮਝਦਾ ਸੀ, ਕਹਿੰਦੇ ਆਪਣਾ ਨਹੀਂ ਹੈਗਾ। ਤਾਂ ਮਨ ਤਾਂ ਆਪਣਾ ਬਣਾਇਆ ਹੀ ਨਾ ਕਦੇ, ਸਿਰਫ ਸਮਝਦਾ ਰਿਹਾ। ਮਨ ਤਨ ਧਨ ਆਪਣਾ ਕਰ ਜਾਂਦੇ, ਕਹਿੰਦੇ ਅਸਲ ਵਿੱਚ ਤਿੰਨੇ ਚੀਜ਼ਾਂ ਇਹਦੀਆਂ ਨਹੀਂ ਸੀ। ਮਨ ਨੂੰ ਜੋਤ ਸਰੂਪ ਕਰਨਾ ਸੀ, ਧਨ ਛੱਡ ਕੇ ਜਾਣਾ ਪੈਂਦਾ। ਤਨ ਸਿਰਫ ਕਿਤੇ ਮਨ ਦੇ ਪਹੁੰਚਣ ਵਾਸਤੇ ਮਿਲਿਆ ਹੋਇਆ, ਇਹਨੇ ਸਦਾ ਕੋਲ ਨਹੀਂ ਰਹਿਣਾ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਕਹਿੰਦੇ ਇਹਦੇ ਹਰੀ ਰਾਏ ਦੇ ਦਰਸ਼ਨਾਂ ਵਾਸਤੇ ਮਿਲੀ ਹੈ, ਇਹਨੂੰ ਤਾਂ ਛੱਡਣਾ ਹੀ ਪੈਣਾ ਸੀ। ਜੋ ਤਨ ਉਪਜਿਆ ਸੰਗ ਹੀ, ਸੋ ਭੀ ਸੰਗ ਨਾ ਹੋਇਆ। ਕਹਿੰਦੇ ਜਿਹੜਾ ਜਨਮ ਲੈਣ ਵੇਲੇ ਸਰੀਰ ਨਾਲ ਆਇਆ, ਜਾਣ ਲੱਗਿਆ ਇਹਨੇ ਨਾਲ ਨਹੀਂ ਜੇ ਜਾਣਾ। ਜਨਮ ਵੇਲੇ ਨਾਲ ਹੀ ਸੀ, ਜਾਣ ਲੱਗਿਆ ਇਹਨੂੰ ਛੱਡਣਾ ਪੈਣਾ। ਮਨ ਤਨ ਧਨ ਆਪਣਾ ਕਰ ਜਾਂਦੇ, ਦਰ ਕੀ ਖਬਰ ਨਾ ਪਾਈ। ਕਹਿੰਦੇ ਤਨ ਮਨ ਧਨ ਨੂੰ ਆਪਣਾ ਸਮਝਦਾ ਰਿਹਾ, ਪਰਮੇਸ਼ਰ ਦੇ ਮੁਕਤੀ ਦੇ ਦਰ ਦੀ, ਗਿਆਨ ਦੀ, ਪਰਮੇਸ਼ਰ ਦੇ ਦਰ ਦੀ ਕੋਈ ਖਬਰ ਹੀ ਨਹੀਂ ਸੀ। ਅੱਖੀ ਮੀਟ ਚੱਲਿਆ ਅੰਧਿਆਰਾ, ਕਹਿੰਦੇ ਜਦੋਂ ਸੁਨੇਹਾ ਆ ਗਿਆ ਹੁਣ ਅੱਖਾਂ ਮੀਟ ਲਈਆਂ, ਚੱਲਿਆ। ਘਰ ਦਰ ਦਿਸਿਆ ਨਾ ਭਾਈ, ਕਹਿੰਦੇ ਹੁਣ ਪ੍ਰਮਾਤਮਾ ਦਾ ਦਰ ਘਰ ਕਿੱਥੋਂ ਦਿਸਣਾ ਸੀ। ਹੁਣ ਤਾਂ ਸੱਦਾ ਆ ਗਿਆ, ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਕਹਿੰਦੇ ਦਰਗਾਹ 'ਚ ਜਿਨ੍ਹਾਂ ਦੇ ਨਾਂ ਦਾ ਕੱਟਿਆ ਗਿਆ ਫਰਮਾਨ, ਚਿੱਠੀ ਆ ਗਈ, ਫਿਰ ਮੁੜ ਕੇ ਘਰ ਦਰ ਕਿੱਥੋਂ ਦਿਸਣਾ ਸੀ। ਅੱਖੀ ਮੀਟ ਚੱਲਿਆ ਅੰਧਿਆਰਾ, ਘਰ ਦਰ ਦਿਸਿਆ ਨਾ ਭਾਈ। ਜਮਦਰ ਬਾਧਾ ਠੌਰ ਨਾ ਪਾਵੇ, ਹੁਣ ਕਹਿੰਦੇ ਜਮਾਂ ਦੇ ਦਰ ਤੇ ਬੱਧਾ ਵਿਚਾਰਾ ਮਾਰ ਖਾ ਰਿਹਾ, ਹੁਣ ਥਾਂ ਨਹੀਂ ਮਿਲਦਾ ਕੋਈ। ਜਮਦਰ ਬਾਧਾ ਠੌਰ ਨਾ ਪਾਵੇ, ਆਪਣਾ ਕੀ ਆ ਕਮਾਈ। ਪਰ ਕਹਿੰਦੇ ਇਹ ਕੋਈ ਹੁਣ ਇਹਨੂੰ ਕਿਸੇ ਨੇ ਈਰਖਾ ਕਰਕੇ ਥੋੜੋ ਇਹਨੂੰ ਉੱਥੇ ਫਸਾਇਆ, ਆਪਣੇ ਕੀਤੇ ਕਰਮਾਂ ਦਾ ਫਲ ਭੋਗਦਾ ਪਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜਿਆ ਅਵਰ ਜਾਣਾ। ਜਿਸ ਤਰ੍ਹਾਂ ਦੇ ਕਰਮ ਕੀਤੇ ਸੀ ਉਸੇ ਤਰ੍ਹਾਂ ਦਾ ਕਹਿੰਦੇ ਇਹਨਾਂ ਨੂੰ ਫਲ ਮਿਲ ਰਿਹਾ। ਰਾਜੇ ਜਨਕ ਨੇ ਆਖਿਆ ਨਾ, ਨਰਕਾਂ 'ਚ ਪਏ ਜੀਵਾਂ ਨੂੰ ਦੁਖੀ ਦੇਖ ਕੇ ਜਾਂਪੁਰ ਗਿਆ ਪੁਕਾਰ ਸੁਣ, ਵਿਲਾਵਣ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖਿਆ ਹੁਣ ਸਭਨਾਂ ਦੀ ਕਰ ਬੰਦ ਖਲਾਸੀ। ਕਰੇ ਬੇਨਤੀ ਧਰਮ ਰਾਏ, ਹੋਂ ਸੇਵਕ ਠਾਕਰੇ ਬਣਾਸੀ। ਕਹਿੰਦੇ ਤਰਸ ਕਰਕੇ ਆਖਿਆ ਇਹਨਾਂ ਨੂੰ ਛੱਡ ਦੇ, ਇੰਨੇ ਦੁਖੀ ਕੋ ਕੀਤੇ ਤੂੰ ਨਰਕਾਂ 'ਚ ਪਾ ਕੇ। ਉਹ ਕਹਿੰਦਾ ਜੀ ਮੈਂ ਇਹਨਾਂ ਨੂੰ ਕੋਈ ਦੁਖੀ ਨਹੀਂ ਕੀਤਾ, ਇਹਨਾਂ ਦੇ ਆਪਣੇ ਕਰਮਾਂ ਦਾ ਹੀ ਫਲ ਹੈ, ਉਹੀ ਭੋਗਦੇ ਪਏ। ਮੈਂ ਤਾਂ ਇਹਨਾਂ ਨੂੰ ਕੁਛ ਨਹੀਂ ਆਖਿਆ, ਮੈਂ ਇਹਨਾਂ ਨੂੰ ਫਸਾਇਆ ਵੀ ਨਹੀਂ, ਔਰ ਮੈਂ ਇਹਨਾਂ ਨੂੰ ਛੱਡ ਵੀ ਨਹੀਂ ਸਕਦਾ। ਇਹ ਆਪਣੇ ਕਰਮਾਂ ਕਰਕੇ ਹੀ ਇੱਥੇ ਆਏ। ਗਹਿਣੇ ਧਰਨ ਨਾ ਉਹ ਇੱਕ ਪਾਪਾਂ ਨਾਲ ਕਰੇ ਨਰਜਾਸੀ। ਹਾਂ ਕਹਿੰਦੇ ਨਾਮ ਦੇ ਬਦਲੇ ਛੁੱਟ ਸਕਦੇ ਇਹ। ਜਮਦਰ ਬਾਧਾ ਠੌਰ ਨਾ ਪਾਵੇ, ਆਪਣਾ ਕੀਆ ਕਮਾਈ। ਕਹਿੰਦੇ ਹੁਣ ਆਪਣਾ ਕੀਤਾ ਉਹਦਾ ਹੀ ਫਲ ਭੋਗਦਾ ਪਿਆ। ਹੁਣ ਜਮਪੁਰੀ 'ਚ ਟਿਕਾਣਾ ਮਿਲਦਾ ਨਹੀਂ, ਜਮਪੁਰੀ 'ਚ ਬੱਧਾ ਮਾਰ ਖਾ ਰਿਹਾ, ਪਰਮੇਸ਼ਰ ਦੇ ਚਰਨਾਂ 'ਚ ਟਿਕਾਣਾ ਨਹੀਂ ਮਿਲ ਰਿਹਾ। ਨਜ਼ਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ। ਕਹਿੰਦੇ ਏਦਾਂ ਅਰਦਾਸ ਕਰ, ਮਹਾਰਾਜ ਤੂੰ ਮਿਹਰ ਦੀ ਨਜ਼ਰ ਕਰ ਦੋ ਤਾਂ ਤੇਰੇ ਦਰਸ਼ਨ ਕਰ ਲੈਂਦਾ। ਨਜ਼ਰ ਕਰੇ ਤਾਂ ਅੱਖੀ ਵੇਖਾ, ਕਹਿਣਾ ਕਥਨ ਨਾ ਜਾਈ। ਮੈਂ ਕੀ ਕਹਿ ਸਕਦਾ, ਤੂੰ ਕਿਰਪਾ ਕਰੇ ਫਿਰ ਤੇਰੇ ਦਰਸ਼ਨ ਹੋ ਸਕਦੇ, ਫਿਰ ਤੇਰੇ ਵਾਲੇ ਪਾਸੇ ਮੁੜ ਸਕਦਾ ਸੁਭਾਅ। ਉਹ ਵੀ ਤੇਰੀ ਕਿਰਪਾ ਚਾਹੀਦੀ। ਨਾਨਕ ਨਦਰ ਕਰੇ ਤਾਂ ਅੱਖੀ ਵੇਖਾਂ, ਕਹਿਣਾ ਕਥਨ ਨਾ ਜਾਏ। ਕੰਨੀ ਸੁਣ ਸੁਣ ਸ਼ਬਦ ਸਲਾਹੀ।
ਕਹਿੰਦੇ ਫਿਰ ਮੈਂ ਕੰਨਾਂ ਨਾਲ ਪਰਮਾਤਮਾ ਦੇ ਸ਼ਬਦ ਜਿਸ ਵਿੱਚ ਅਕਾਲ ਪੁਰਖ ਦੀਆਂ ਸਿਫਤ ਸਲਾਹਾਂ ਨੇ ਉਹਨੂੰ ਸੁਣਨ ਲੱਗ ਪਵਾਂ, ਜੇ ਤੂੰ ਮਿਹਰ ਕਰੇ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਕਹਿੰਦੇ ਫਿਰ ਤੇਰਾ ਨਾਮ ਅੰਮ੍ਰਿਤ ਮੇਰੇ ਹਿਰਦੇ 'ਚ ਵਸੇ, ਜੇ ਤੂੰ ਮਿਹਰ ਕਰ ਦੇਵੇਂ, ਜੇ ਤੂੰ ਕਿਰਪਾ ਦ੍ਰਿਸ਼ਟੀ ਕਰੇ। ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਿਰਭਉ ਹੈ, ਨਿਰਆਕਾਰ ਹੈ, ਫਿਰ ਨਿਰਵੈਰ ਹੈ। ਗੁਣ ਨੇ ਅਕਾਲ ਪੁਰਖ ਵਾਹਿਗੁਰੂ ਦੇ, ਬਾਕੀ ਸਾਰਾ ਸੰਸਾਰ ਉਹਦੇ ਭੈ 'ਚ ਹੈ, ਪਰ ਪਰਮਾਤਮਾ ਨਿਰਭੈ। ਨਿਰਭਉ ਨਿਰੰਕਾਰ, ਫਿਰ ਉਹ ਨਿਰਾਕਾਰ ਹੈ, ਆਕਾਰ ਨਹੀਂ। ਆਕਾਰ ਹੋਵੇ ਤੇ ਹਰੇਕ ਨੂੰ ਅੱਖ ਨਾਲ ਦਿਸੇ, ਕਿਉਂਕਿ ਅੱਖ ਦਾ ਧਰਮ ਹੈ ਆਕਾਰ ਵਾਲੀ ਚੀਜ਼ ਨੂੰ ਦੇਖ ਲੈਣਾ। ਜੇ ਉਹ ਸਾਰਿਆਂ ਨੂੰ ਦਿਖਾਈ ਨਹੀਂ ਇਹਨਾਂ ਅੱਖਾਂ ਨਾਲ ਦਿਸਦਾ, ਇਸੇ ਕਰਕੇ ਕਿਉਂਕਿ ਉਹਦਾ ਆਕਾਰ ਨਹੀਂ ਹੈਗਾ, ਇਸ ਲਈ ਉਹਨੂੰ ਨਿਰੰਕਾਰ ਕਹਿੰਦੇ। ਨਿਰਵੈਰ, ਫਿਰ ਕਿਸੇ ਨਾਲ ਵੈਰ ਨਹੀਂ। ਪੂਰਨ ਜੋਤ ਸਮਾਈ, ਕਹਿੰਦੇ ਉਸ ਨਿਰਭਉ ਦੀ, ਨਿਰੰਕਾਰ ਦੀ, ਨਿਰਵੈਰ ਦੀ ਪੂਰਨ ਪਰਿਪੂਰਨ ਜੋਤ ਸਾਰੇ ਪਾਸੇ ਸਮਾਈ ਹੋਈ। ਜੋਤ ਸਾਰੇ ਪਾਸੇ ਆ, ਲੇਕਿਨ ਦਿਖਾਈ ਨਹੀਂ ਦਿੰਦੀ, ਕਿਉਂਕਿ ਆਕਾਰ ਨਹੀਂ ਹੈਗਾ। ਨਾਨਕ ਗੁਰਵਣ ਭਰਮ ਨਾ ਭਾਗੈ, ਕਹਿੰਦੇ ਗੁਰੂ ਤੋਂ ਬਿਨਾਂ ਗੁਰਮੁਖੋ ਇਹ ਭਰਮ ਨਹੀਂ ਜਾਂਦਾ ਹੁੰਦਾ, ਕਿਉਂਕਿ ਸਦਾ ਇਹ ਭਰਮ ਬਣਿਆ ਰਹਿੰਦਾ ਵੀ ਜਿਸ ਪਰਮਾਤਮਾ ਦੀ ਇੰਨੀ ਚਰਚਾ ਚੱਲਦੀ, ਦਿਖਾਈ ਤੇ ਦਿੰਦਾ ਨਹੀਂ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ। ਇਹ ਭਰਮ ਨਹੀਂ ਹੁੰਦਾ ਨਾ, ਕਿਉਂਕਿ ਜਿਹੜਾ 5 ਪ੍ਰਕਾਰ ਦਾ ਭਰਮ ਵਿਦਵਾਨਾਂ ਨੇ ਆਖਿਆ, ਉਹ ਚੋਂ ਸਭ ਤੋਂ ਜਿਹੜਾ ਵੱਧ ਪ੍ਰਚਲਿਤ ਤੇ ਖਤਰਨਾਕ ਹੈ ਉਹ ਇਹ ਹੀ ਹੈ, ਬ੍ਰਹਮ ਇਤਰ ਜਗ ਸਤ ਨਾ। ਇਹ ਭਰਮ ਭੇਦ ਭਰਮ ਕਰਤੱਤ ਭਰਮ ਪੁਨ ਸੰਗ ਭਰਮ ਵਕਾਰ, ਬ੍ਰਹਮ ਇਤਰ ਜਗ ਸਤ ਹੈ। ਬ੍ਰਹਮ ਜਿਹੜਾ ਉਹ ਲੱਗਦਾ ਝੂਠ ਤੇ ਜਗ ਲੱਗਦਾ ਸੱਚ, ਕਹਿੰਦੇ ਇਹ ਸਭ ਤੋਂ ਖਤਰਨਾਕ ਭਰਮ ਹੁੰਦਾ। ਪਰ ਗੁਰੂ ਤੋਂ ਬਿਨਾਂ ਇਹ ਭਰਮ ਨਿਕਲ ਨਹੀਂ ਸਕਦਾ ਮਨ ਚੋਂ। ਮਹਾਰਾਜ ਜਿੰਨੀ ਦੇਰ ਮਿਹਰ ਨਾ ਕਰਨ ਉਨੀ ਦੇਰ ਬੇਸ਼ੱਕ ਆਪਾਂ ਪੜ੍ਹ ਲਈਏ, ਸੁਣ ਲਈਏ, ਪਰ ਜਿੰਨੀ ਦੇਰ ਅਨੁਭਵ 'ਚ ਨਹੀਂ ਆਉਂਦਾ, ਕਿਵੇਂ ਪਤਾ ਲੱਗੇ ਵੀ ਸੰਸਾਰ ਝੂਠ ਤੇ ਪ੍ਰਮਾਤਮਾ ਸੱਚ ਹੈ। ਆਪਾਂ ਨੂੰ ਲੱਗਦਾ ਦੁਨੀਆ ਸੱਚ ਹੈ, ਪ੍ਰਮਾਤਮਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਕਿਉਂਕਿ ਦਿਖਾਈ ਨਹੀਂ ਦਿੰਦਾ ਉਹ। ਬਸ ਇਸ ਭਰਮ ਵਿੱਚ ਹੀ ਬੰਦਾ ਫਸਿਆ ਰਹਿੰਦਾ, ਕਿਉਂਕਿ ਜਿਹੜੀ ਚੀਜ਼ ਦਿਖਾਈ ਨਹੀਂ ਦਿੰਦੀ ਉਹ ਤੇ ਯਕੀਨ ਕਰਨਾ ਔਖਾ ਹੁੰਦਾ। ਉਨੀ ਦੇਰ ਭਰਮ ਰਹਿਣਾ ਹੀ। ਜਿੰਨੀ ਹਨੇਰੇ 'ਚ ਪਈ ਰੱਸੀ ਸੱਪ ਲੱਗਦੀ ਭਰਮ ਕਰਕੇ, ਜਿੰਨੀ ਦੇਰ ਪ੍ਰਕਾਸ਼ ਕਰਕੇ ਨਾ ਦੇਖਾਂਗੇ ਉਨੀ ਦੇਰ ਇਹ ਭਰਮ ਬਣਿਆ ਹੀ ਰਹਿਣਾ ਵੀ ਕਿਤੇ ਸੱਪ ਨਾ ਹੋਵੇ, ਕਿਉਂਕਿ ਰੱਸੀ ਹਨੇਰੇ 'ਚ ਪਈ ਸੱਪ ਲੱਗਦੀ। ਭਗਤ ਰਵਿਦਾਸ ਸਾਹਿਬ ਜੀ ਨੇ ਆਖਣਾ, ਜਬ ਹਮ ਹੋਤੇ ਤਬ ਤੂ ਨਾ ਹੀ, ਅਬ ਤੂ ਹੀ ਮੈਂ ਨਾ ਹੀ, ਉਹਨਾਂ ਲਗਨ ਮਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਹੀ। ਉਸ ਸ਼ਬਦ 'ਚ ਉਹਨਾਂ ਨੇ ਆਖਿਆ, ਉਹ ਕਹਿੰਦੇ ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਣਾਇਆ। ਰਾਜ ਕਹਿੰਦੇ ਰੱਜੂ ਰੱਸੀ ਨੂੰ, ਭਿਅੰਗ ਕਹਿੰਦੇ ਸੱਪ ਨੂੰ। ਭਗਤ ਰਵਿਦਾਸ ਜੀ ਕਹਿੰਦੇ ਜਿਵੇਂ ਹਨੇਰੇ 'ਚ ਪਈ ਰੱਸੀ ਸੱਪ ਹੀ ਲੱਗਦੀ ਹੁੰਦੀ ਤੇ ਓਨੀ ਦੇਰ ਮਰਮ ਹੁੰਦਾ ਭੇਦ, ਓਨੀ ਦੇਰ ਇਹ ਭੇਦ ਨਹੀਂ ਖੁੱਲਦਾ ਜਿੰਨੀ ਦੇਰ ਆਪਾਂ ਚਾਨਣ ਕਰਕੇ ਨਾ ਵੇਖਾਂਗੇ। ਉਨੀ ਦੇਰ ਬੰਦੇ ਨੂੰ ਡਰੀ ਜਾਣਾ ਵੀ ਸੱਪ ਆ ਲੱਗਦਾ, ਉਹਦਾ ਹਨੇਰੇ 'ਚ ਦਿਸਦਾ ਨਹੀਂ, ਪਰ ਕਈਆਂ ਨੂੰ ਹਨੇਰੇ 'ਚ ਜ਼ਿਆਦਾ ਦਿਸਣ ਲੱਗ ਪੈਂਦਾ ਭਰਮ ਕਰਕੇ। ਵੈਸੇ ਤਾਂ ਇਹ ਵੀ ਨਹੀਂ ਦਿਸਦਾ ਵੀ ਹਨੇਰੇ 'ਚ ਜਿਹੜੀ ਪਈ ਹੈ ਰੱਸੀ ਆ ਸੱਪ ਨਹੀਂ ਹੈਗਾ ਭਾਈ। ਰਾਜ ਭਿਅੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ, ਕਹਿੰਦੇ ਚਾਨਣ ਕਰਕੇ ਪ੍ਰਕਾਸ਼ ਕਰਕੇ ਦੇਖਿਆ ਤੇ ਭੇਦ ਦਾ ਪਤਾ ਲੱਗਾ ਵੀ ਅਸਲ 'ਚ ਇਹ ਰੱਸੀ ਸੀ, ਸੱਪ ਨਹੀਂ ਸੀ। ਪਰ ਜਿੰਨੀ ਦੇਰ ਆਪਾਂ ਨਹੀਂ ਪ੍ਰਕਾਸ਼ ਹੁੰਦਾ ਉਨੀ ਦੇਰ ਇਹ ਭਰਮ ਬਣਿਆ ਹੀ ਰਹਿਣਾ, ਕਿਤੇ ਸੱਪ ਨਾ ਹੋਵੇ। ਕਿਉਂਕਿ ਕਈ ਵਾਰੀ ਲੋੜ ਤੋਂ ਜ਼ਿਆਦਾ ਦਿਸਣ ਲੱਗ ਪੈਂਦਾ ਹਨੇਰੇ 'ਚ। ਉਹ ਭਾਵੇਂ ਕਿੱਕਰ ਦਾ ਮੁੱਢ ਪਿਆ ਹੋਵੇ ਤੇ ਆਖੀ ਜਾਣ ਕੇ ਬੰਦਾ ਬੈਠਾ ਲੱਗਦਾ, ਜਿਹੜੀ ਚੀਜ਼ ਨਹੀਂ ਹੈਗੀ ਉਹ ਵੀ ਦਿਸਣ ਲੱਗ ਪੈਂਦੀ ਹਨੇਰੇ 'ਚ। ਹਾਲਾਂਕਿ ਹਨੇਰੇ 'ਚ ਤਾਂ ਦਿਸਣਾ ਹੀ ਨਹੀਂ, ਪਰ ਝੌਲੇ ਪੈਣ ਲੱਗ ਪੈਂਦੇ। ਸਿਰਫ ਭਰਮ ਕਰਕੇ ਰੱਸੀ ਸੱਪ ਲੱਗੀ ਜਾਂਦੀ। ਨਾਨਕ ਗੁਰਮਨ ਭਰਮ ਨਾ ਭਾਗਾ, ਕਹਿੰਦੇ ਗੁਰੂ ਤੋਂ ਬਿਨਾਂ ਗੁਰਮੁਖੋ ਹੁਣ ਇਸ ਭਰਮ 'ਚੋਂ ਕੌਣ ਕੱਢੇ। ਇਹ ਭਰਮ ਓਨੀ ਦੇਰ ਨਹੀਂ ਭੱਜਣਾ ਜਿੰਨੀ ਦੇਰ ਗੁਰੂ ਸਾਹਿਬ ਦਾ ਪੱਲਾ ਨਹੀਂ ਫੜਦਾ ਭਈ ਅਸਲ ਵਿੱਚ ਦੁਨੀਆ ਸੱਚ ਨਹੀਂ, ਪਰਮੇਸ਼ਰ ਸੱਚ ਹੈ। ਇਹ ਬਹੁਤ ਵੱਡਾ ਭਰਮ ਹੈ। ਜਿੰਨਾ ਮਰਜ਼ੀ ਆਪਾਂ ਸਮਝਾ ਲਈਏ, ਕਿਵੇਂ ਆਪਾਂ ਦੱਸਾਂਗੇ ਵੀ ਸੰਸਾਰ ਸੱਚ ਨਹੀਂ, ਕਿਉਂਕਿ ਦਿਸ ਰਿਹਾ ਸਾਹਮਣੇ। ਜੋ ਦਿਸ ਰਿਹਾ ਉਹ ਆਪਾਂ ਕਿਵੇਂ ਕਹਿ ਸਕਦੇ ਹਾਂ ਸੱਚ ਨਹੀਂ। ਇਹ ਉਦਣ ਸੱਚ ਲੱਗਣਾ ਜਿਸ ਦਿਨ ਮਨ ਜਾਗੇਗਾ, ਜਾਗਰਤ ਅਵਸਥਾ ਵਿੱਚ ਮਨ ਆਵੇ, ਫਿਰ ਪਤਾ ਲੱਗਦਾ ਵੀ ਹਾਂ ਮਹਾਰਾਜ ਜੀ ਨੇ ਆਖਿਆ ਸੀ ਜੈਸਾ ਸੁਪਨਾ ਰਹਿਣ ਕਾ ਤੈਸਾ ਹੈ ਉਹ ਸੰਸਾਰ। ਸੁਪਨਾ ਆਪਾਂ ਨੂੰ ਉਨੀ ਦੇਰ ਸੱਚ ਲੱਗਦਾ ਜਿੰਨੀ ਦੇਰ ਬੰਦਾ ਜਾਗ ਨਾ ਪਵੇ। ਜਿੰਨੀ ਦੇਰ ਜਾਗ ਨਹੀਂ ਖੁੱਲਦੀ, ਕੋਈ ਦੁਨੀਆ ਦਾ ਬੰਦਾ ਨਹੀਂ ਦੱਸ ਸਕਦਾ ਵੀ ਅਸਲ ਵਿੱਚ ਮੈਂ ਸੁਪਨਾ ਦੇਖ ਰਿਹਾ ਇਹ ਸੱਚ ਨਹੀਂ। ਉਦੋਂ ਹੀ ਸੁਪਨਾ ਝੂਠ ਹੋਣਾ ਜਦੋਂ ਜਾਗਿਆ।
ਜਿੰਨੀ ਦੇਰ ਜਾਗ ਨਹੀਂ ਆਈ ਸੁਪਨਾ ਆ ਰਿਹਾ, ਉਹਨੂੰ ਕੋਈ ਪਤਾ ਨਹੀਂ ਵੀ ਅਸਲ ਵਿੱਚ ਮੈਂ ਸੁਪਨਾ ਦੇਖ ਰਿਹਾ, ਉਹਨੂੰ ਹੀ ਸੱਚ ਮੰਨੀ ਬੈਠਾ ਉਹ। ਕੋਈ ਦੁਨੀਆ ਤੇ ਅੱਜ ਤੱਕ ਐਸਾ ਮਨੁੱਖ ਪੈਦਾ ਨਹੀਂ ਹੋਇਆ ਜਿਹੜਾ ਸੁਪਨਾ ਦੇਖਦੇ ਹੋਇਆ ਇਹ ਸਮਝ ਲੇ ਵੀ ਨਹੀਂ ਅਸਲ 'ਚ ਇਹ ਸੱਚ ਨਹੀਂ ਸੀ, ਮੈਂ ਤਾਂ ਸੁਪਨਾ ਦੇਖ ਰਿਹਾ। ਉਦੋਂ ਹੀ ਉਹਨੂੰ ਸਮਝ ਆਉਂਦੀ ਜਦੋਂ ਜਾਗ ਖੁੱਲ ਜੇ, ਫਿਰ ਪਤਾ ਲੱਗਦਾ ਉਹ ਮੈਂ ਐਵੇਂ ਡਰੀ ਗਿਆ ਤੇ ਸੁਪਨਾ ਹੀ ਸੀ। ਕਿਉਂਕਿ ਕਈ ਵਾਰ ਸੁਪਨੇ 'ਚ ਬੰਦਾ ਡਰਦਾ, ਕਈ ਵਾਰ ਖੁਸ਼ ਹੁੰਦਾ, ਕਈ ਵਾਰ ਰੋਂਦਾ। ਸੁੱਖ ਦੁੱਖ ਸੁਪਨੇ ਦਾ ਪੂਰਾ ਹੀ ਅਸਰ ਕਰਦਾ। ਜਿੰਨੀ ਦੇਰ ਜਾਗ ਨਾ ਖੁੱਲ ਜੇ ਉਨੀ ਦੇਰ ਸੁਪਨਾ ਸੱਚ ਹੀ ਹੈ, ਜਿੰਨੀ ਦੇਰ ਜਾਗ ਨਹੀਂ ਪੈਂਦਾ। ਜਾਗਣ ਤੋਂ ਬਾਅਦ ਪਤਾ ਲੱਗਦਾ ਵੀ ਨਹੀਂ ਮੈਂ ਤਾਂ ਆਪਣੇ ਬੈੱਡ ਤੇ ਪਿਆ ਇਹ ਤੇ ਸੁਪਨਾ ਆ ਰਿਹਾ ਸੀ। ਜਿੰਨੀ ਦੇਰ ਮਨ ਜਾਗਣਾ ਪਵੇਗਾ ਉਨੀ ਦੇਰ ਇਹੀ ਲੱਗਣਾ ਵੀ ਨਹੀਂ ਦੁਨੀਆ ਹੀ ਸੱਚ ਹੈ, ਪ੍ਰਮਾਤਮਾ ਪਤਾ ਨਹੀਂ ਸੱਚ ਹੈ ਕਿ ਨਹੀਂ ਹੈ। ਕਿਉਂ ਇਹਨੂੰ ਹੀ ਸੱਚ ਮੰਨੀ ਜਾਣਾ, ਕਿਉਂਕਿ ਸੁਪਨਾ ਚੱਲਦਾ ਪਿਆ, ਜਾਗਦੇ ਦਾ ਸੁਪਨਾ ਜਿਹਨੂੰ ਆਪਾਂ ਕਹਿੰਦੇ। ਗੁਰੂ ਸਾਹਿਬ ਕਿਰਪਾ ਕਰਨ ਫਿਰ ਕਿਸੇ ਦਾ ਮਨ ਜਾਗਰਤ ਅਵਸਥਾ 'ਚ ਆਵੇ, ਫਿਰ ਪਤਾ ਲੱਗਦਾ ਵੀ ਹਾਂ ਮਹਾਰਾਜ ਨੇ ਆਖਿਆ ਸੀ ਦੁਨੀਆ ਸੱਚ ਨਹੀਂ ਹੈਗੀ, ਜੱਗ ਸੱਚ ਨਹੀਂ, ਜੈਸਾ ਸੁਪਨਾ ਰਹਿਣ ਕਾ ਤੈਸਾ ਹੈ ਸੰਸਾਰ। ਜਿਵੇਂ ਰਾਤ ਦਾ ਸੁਪਨਾ ਸੱਚ ਨਹੀਂ ਹੁੰਦਾ, ਸੰਸਾਰ ਵੀ ਸੱਚ ਨਹੀਂ ਜੀ ਅਸਲ 'ਚ। ਪਰ ਕਹਿੰਦੇ ਹੁਣ ਇਹ ਭਰਮ ਗੁਰੂ ਸਾਹਿਬ ਤੋਂ ਬਿਨਾਂ ਕੱਢੇ ਕੌਣ? ਜਿੰਨਾ ਮਰਜ਼ੀ ਲੱਖਾਂ ਬੰਦੇ ਆਣ ਕੇ ਸਮਝਾਉਣ ਲੱਗ ਪੈਣ, ਅੱਗੇ ਇਹੋ ਹੀ ਆਖਾਂਗੇ ਵੀ ਨਹੀਂ ਕਿਵੇਂ ਇਹ ਕਿਵੇਂ ਝੂਠ ਹੋ ਸਕਦਾ, ਦਿਸਦਾ ਰਿਹਾ ਸਾਰਾ ਕੁਝ। ਜਿਵੇਂ ਸੁਪਨਾ ਸੱਚ ਹੀ ਲੱਗਦਾ ਬੰਦੇ, ਕਿਉਂਕਿ ਸੁਪਨੇ 'ਚ ਵੀ ਬੰਦਾ ਦੇਖ ਰਿਹਾ ਹੁੰਦਾ, ਖਾ ਰਿਹਾ, ਬੋਲ ਰਿਹਾ, ਉੱਠ ਰਿਹਾ, ਤੁਰਦਾ ਫਿਰਦਾ ਸਾਰਾ। ਉਹਨੂੰ ਇਹ ਨਹੀਂ ਪਤਾ ਵੀ ਅਸਲ ਵਿੱਚ ਮੈਂ ਸੁਪਨਾ ਵੇਖਦਾ ਪਿਆ, ਇਹ ਸੱਚ ਨਹੀਂ। ਜਾਗੇਗਾ ਤੇ ਪਤਾ ਲੱਗਦਾ ਇਹ ਸੱਚ ਨਹੀਂ ਸੀ ਭਾਈ, ਇਹ ਤਾਂ ਸੁਪਨਾ ਸੀ। ਮਨ ਵੀ ਜਾਗੇਗਾ ਤੇ ਪਤਾ ਲੱਗੇਗਾ ਵੀ ਗੁਰੂ ਸਾਹਿਬ ਨੇ ਜਿਹੜਾ ਬਚਨ ਕੀਤਾ ਪ੍ਰਮਾਤਮਾ ਸੱਚ ਹੈ, ਸੰਸਾਰ ਸੱਚ ਨਹੀਂ। ਜਿੰਨੀ ਦੇਰ ਮਨ ਜਾਗ ਗਿਆ ਨਾ ਉਨੀ ਦੇਰ ਗੁਰਮੁਖੋ ਇਸ ਗੱਲ ਦੀ ਸਮਝ ਨਹੀਂ ਆਉਣੀ, ਕਿਉਂਕਿ ਮਨ ਸੁੱਤਾ ਪਿਆ। ਮਹਾਰਾਜ ਨੇ ਆਖਿਆ ਸੋਇਆ ਮਨ ਜਗਾਏ ਮਾਈ, ਸੋਇਆ ਮਨ ਜਗਾ। ਕਹਿੰਦੇ ਸੁੱਤੇ ਪਏ ਮਨ ਨੂੰ ਜਗਾ, ਤਨ ਤਾਂ ਜਾਗ ਹੀ ਪੈਂਦਾ ਆਪੇ। ਨਾਨਕ ਗੁਰਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਕਹਿੰਦੇ ਗੁਰੂ ਸਾਹਿਬ ਤੋਂ ਬਿਨਾਂ ਇਹ ਭਰਮ ਜਾਂਦਾ ਨਹੀਂ ਹੁੰਦਾ। ਹਾਂ ਇਹ ਵਡਿਆਈ ਸੱਚੇ ਨਾਮ ਵਿੱਚ ਹੈ। ਨਾਮ ਦਾ ਅਭਿਆਸ ਕਰਨ ਕਰਕੇ ਪਤਾ ਲੱਗਦਾ ਹੈ ਅਸਲ ਵਿੱਚ ਨਿਰੰਕਾਰ ਸੱਚ ਹੈ ਗੁਰਮੁਖੋ, ਸੰਸਾਰ ਸੱਚ ਨਹੀਂ, ਨਿਰੰਕਾਰ ਸੱਚ ਹੈ। ਪ੍ਰਕਾਸ਼ ਕੀਤੇ ਤੋਂ ਬਿਨਾਂ ਨਹੀਂ ਬੰਦਾ ਸਮਝ ਸਕਦਾ ਵੀ ਇਹ ਰੱਸੀ ਹੈ, ਸੱਪ ਨਹੀਂ। ਪ੍ਰਕਾਸ਼ ਹੋਵੇ ਤੇ ਫਿਰ ਕਹਿੰਦਾ ਉਹ ਇਹ ਤੇ ਰੱਸੀ ਸੀ ਭਾਈ, ਮੈਂ ਸਮਝਿਆ ਸੱਪ ਹੈ। ਭਰਮ ਉਦੋਂ ਨਿਕਲਣਾ ਜਦੋਂ ਪ੍ਰਕਾਸ਼ ਹੋਇਆ। ਜਦੋਂ ਗੁਰੂ ਸਾਹਿਬ ਜੀ ਗਿਆਨ ਦਾ ਪ੍ਰਕਾਸ਼ ਕਰਨਗੇ ਮਨ 'ਚ, ਉਦੋਂ ਪਤਾ ਲੱਗਣਾ ਵੀ ਹਾਂ ਨਿਰੰਕਾਰ ਸੱਚ ਸੀ ਗੁਰਮੁਖੋ, ਆਕਾਰ ਸੱਚ ਨਹੀਂ ਸੀ। ਬਹੁਤ ਗੁੱਝਾ ਹੀ ਹੈ ਇਹ ਕੰਮ, ਕਿਉਂਕਿ ਮਹਾਰਾਜ ਦੇ ਵਚਨ ਦੇਹੀ ਗੁਪਤ ਵਿਦੇਹੀ ਦਿਸ ਹੈ। ਠੱਗਣਹਾਰ ਅਣਠੱਗ ਦਾ ਠੱਗ ਹੈ। ਕਹਿੰਦੇ ਜੋ ਦਿਸ ਰਿਹਾ ਇਹ ਹੈ ਨਹੀਂ, ਜੋ ਹੈ ਉਹ ਦਿਸ ਨਹੀਂ ਰਿਹਾ। ਕਮਾਲ ਦੀ ਗੱਲ ਤਾਂ ਇਹ ਹੈ, ਦੇਹੀ ਗੁਪਤ ਵਿਦੇਹੀ ਦਿਸ ਹੈ। ਨਾਨਕ ਗੁਰਬਿਨ ਭਰਮ ਨਾ ਭਾਗੈ, ਸੱਚ ਨਾਮ ਵਡਿਆਈ। ਕਹਿੰਦੇ ਨਾਮ ਵਿੱਚ ਵਡਿਆਈ ਹੈ ਗੁਰਮੁਖੋ। ਗੁਰੂ ਤੋਂ ਨਾਮ ਪ੍ਰਾਪਤ ਕਰਕੇ ਕੋਈ ਨਾਮ ਦਾ ਅਭਿਆਸੀ ਹੋਵੇ, ਫੇਰ ਇਸ ਸੱਚ ਦਾ ਪਤਾ ਲੱਗੇਗਾ, ਫੇਰ ਭਰਮ ਨਿਕਲਦਾ। ਨਹੀਂ ਤੇ ਮਹਾਰਾਜ ਨੇ ਆਖਿਆ ਨਾ ਮਾਏ ਬਾਪ ਕੋ ਬੇਟਾ ਨਿਕਾ ਸਸਰੇ ਚਿੱਤਰ ਜਵਾਈ, ਮਨ ਤਾਨ ਧਨ ਆਪਣਾ ਕਰ ਜਾਣਿਆ, ਦਰ ਕੀ ਖਬਰ ਨਾ ਪਾਏ। ਸੰਸਾਰ ਨੂੰ ਆਪਣਾ ਮੰਨੀ ਬੈਠਾ ਹੁੰਦਾ ਬੰਦਾ, ਇਹ ਮੇਰਾ ਹੀ ਆ ਜੀ, ਇਹ ਮੇਰਾ ਹੀ ਆ ਜੀ, ਇਹ ਪਦਾਰਥ, ਇਹ ਘਰ, ਇਹ ਬਾਹਰ, ਇਹ ਪਰਿਵਾਰ, ਇਹ ਸਾਰਾ ਕੁਝ ਮੇਰਾ। ਇਹਦੇ ਕਿਤੇ ਮਾੜੀ ਮੋਟੀ ਠੋਕਰ ਲੱਗਦੀ ਫੇਰ ਥੋੜੀ ਬਹੁਤੀ ਸਮਝ ਆਉਂਦੀ ਬੰਦੇ ਨੂੰ। ਮੈਨੂੰ ਕੋਈ ਗੁਰਮੁਖ ਮਿਲਿਆ ਸੀ ਇੱਕ ਵਾਰੀ ਸਿਆਟਲ, ਉਹਨੇ ਦੱਸੀ ਗੁਰਦੁਆਰਾ ਸਾਹਿਬ ਹੀ ਰਹਿੰਦਾ ਸੀ ਉਹ ਕਹਿੰਦਾ ਗਿਆਨੀ ਜੀ ਮੈਨੂੰ 22 ਸਾਲ ਹੋ ਗਏ ਇੱਥੇ ਆਏ ਨੂੰ, 22 ਸਾਲ ਬੜੀ ਕਮਾਈ ਕੀਤੀ ਹੈ। ਟਰੈਕਟਰ ਟਰਾਲੀਆਂ ਬਣਾਉਣ ਦਾ ਮੈਂ ਕਾਰਖਾਨਾ ਲਾ ਕੇ ਦਿੱਤਾ ਆਪਣੇ ਭਰਾਵਾਂ ਨੂੰ, ਆਪਣੇ ਬੱਚਿਆਂ ਨੂੰ, ਸਭ ਕਰਜ਼ਾ ਲਾਇਆ, 2 ਮਿੰਨੀ ਬੱਸਾਂ ਲਈਆਂ। ਤੇ ਹੁਣ 22 ਸਾਲਾਂ ਬਾਅਦ ਵੀ ਜਦੋਂ ਪੇਪਰ ਨਹੀਂ ਬਣੇ, ਹੁਣ ਮੈਂ ਉਹਨਾਂ ਨੂੰ ਆਖਿਆ ਵੀ ਮੈਂ ਹੁਣ ਆਉਣ ਲੱਗਾ ਵਾਪਸ, ਵੀ ਹੁਣ ਮੇਰੇ ਕੋਲ ਕੰਮ ਨਹੀਂ ਹੁੰਦਾ, ਹੈ ਨਹੀਂ ਮੇਰੇ ਕੋਲ ਕੰਮ ਤੇ ਪੇਪਰ ਬਣਦੇ ਨਹੀਂ, ਮੈਂ ਆ ਚੱਲਿਆ। ਉਹ ਕਹਿੰਦੇ ਉਹਨਾਂ ਨੇ ਉੱਥੋਂ ਮੈਨੂੰ ਫੋਨ ਕੀਤਾ, ਕਹਿੰਦੇ ਆਪਣੇ ਫਲਾਣੇ, ਆਪਣੇ ਪਿੰਡ ਦੇ ਫਲਾਣੇ ਬੰਦੇ ਦਾ ਆਹ ਚੱਕ ਨੰਬਰ, ਅਸੀਂ ਉਹਦੇ ਨਾਲ ਗੱਲ ਕਰ ਲਈ, ਬੇਕਰੀ 'ਚ ਤੇਰੇ ਵਾਸਤੇ ਉਹਨਾਂ ਨੇ ਕੰਮ ਲੱਭ ਲਿਆ ਤੇ ਬੰਦਾ ਬਣ ਕੇ ਕੰਮ ਕਰ, ਇੱਥੇ ਵਾਪਸ ਆਉਣ ਦੀ ਕੋਈ ਲੋੜ ਨਹੀਂ ਹੈਗੀ। ਕਹਿੰਦਾ ਐਸਾ ਮਨ ਦੁਖੀ ਹੋਇਆ ਉਦੋਂ ਦਾ, ਸਭ ਕੁਝ ਛੱਡ ਕੇ ਇੱਥੇ ਗੁਰਦੁਆਰਾ ਸਾਹਿਬ ਬੈਠਾ, ਹੁਣ ਇੱਥੇ ਸੇਵਾ ਕਰ ਲੈਣਾ, ਪ੍ਰਸ਼ਾਦਾ ਪਾਣੀ ਛਕ ਲੈਣਾ। ਵੀ 22 ਸਾਲ ਜਿਨ੍ਹਾਂ ਵਾਸਤੇ ਮੈਂ ਟੁੱਟ ਟੁੱਟ ਕੇ ਮਰ ਗਿਆ, 22 ਸਾਲਾਂ ਬਾਅਦ ਵੀ ਮੇਰਾ ਮੂੰਹ ਵੇਖਣ ਲਈ ਤਿਆਰ ਨਹੀਂ ਹੈਗੇ ਉਹ।
ਉੱਥੇ ਬੈਠਾ ਮੇਰੇ ਲਈ ਕੰਮ ਲੱਭ ਦਿੱਤਾ ਉਹਨਾਂ ਨੇ, ਕਹਿੰਦੇ ਵਾਪਸ ਆਉਣ ਦੀ ਲੋੜ ਨਹੀਂ, ਆ ਬੇਕਰੀ 'ਚ ਕੰਮ ਤੇਰੇ ਲਈ ਲੱਭ ਛੱਡਿਆ ਸੀ। ਠੋਕਰ ਲੱਗੀ ਤੇ ਪਤਾ ਲੱਗਾ ਅਸਲ ਵਿੱਚ ਇਹ ਆਪਣਾ ਕੁਝ ਨਹੀਂ ਸੀ, ਇਹ ਸਭ ਸੁੱਖਾਂ ਕਰਕੇ ਹੀ ਬਣਿਆ ਹੁੰਦਾ ਸੰਬੰਧ। ਆਪਣੇ ਸੁੱਖ ਸਿਓ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ ਨਾਵੇਂ ਪਾਤਸ਼ਾਹ ਜੀ ਦੇ ਬਚਨ ਨੇ। ਇੱਕ ਭਰਮ ਜਿਹਾ ਬਣਿਆ ਰਹਿੰਦਾ ਬਸ ਬੰਦੇ ਨੂੰ ਕਿ ਨਹੀਂ 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 ਮੇਰੇ ਮੇਰੇ ਬਈ ਇਹ ਕਿੱਦਾਂ ਹੋ ਸਕਦਾ। ਪਰ ਮਹਾਰਾਜ ਕਹਿੰਦੇ ਨਹੀਂ ਗੁਰਮੁਖੋ, ਇਹ ਤਾਂ ਮਹਾਰਾਜ ਕਿਰਪਾ ਕਰਨ, ਫਿਰ ਕਿਤੇ ਜਾ ਕੇ ਭਰਮ ਨਿਕਲਦਾ। ਸੋਠ ਮਹੱਲਾ ਪਹਿਲਾ, ਦੋ ਤੁਕੇ, ਦੋ ਤੁਕਾਂ ਦੀਆਂ ਪੌੜੀਆਂ ਵਾਲਾ ਸ਼ਬਦ ਆਇਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ। ਪੁਰ ਧਰਤੀ ਪੁਰ ਪਾਣੀ, ਆਸਣ ਚਾਰ ਕੁੰਟ ਚੌਬਾਰ। ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਇਹਦੇ ਚ ਦੱਸੀ। ਕਹਿੰਦੇ ਆ ਜਿਹੜਾ ਸੰਸਾਰ ਇਹ ਪ੍ਰਮਾਤਮਾ ਦਾ ਚੁਬਾਰਾ, ਇੱਕ ਪੌੜੇ ਦਾ ਪਤਾਲ ਹੈ, ਇੱਕ ਪੌੜੋ ਦਾ ਜਿਵੇਂ ਚੱਕੀ ਦੇ ਪੁੜ ਹੁੰਦੇ, ਇੱਕ ਪੌੜੇ ਦਾ ਆਕਾਸ਼। ਪਤਾਲ ਤੇ ਆਕਾਸ਼ ਦੇ ਦੋ ਪੁੜਾਂ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਆ ਸੰਸਾਰ ਜਿਹੜਾ ਇਹ ਚੁਬਾਰਾ ਗੁਰਮੁਖੋ। ਜਿਹੜੀਆਂ ਚਾਰੇ ਕੁੰਟਾਂ ਨੇ ਇਹ ਇਸ ਚੁਬਾਰੇ ਦੀਆਂ ਕੰਧਾਂ ਨੇ। ਪੁੜ ਧਰਤੀ ਪੁਰ ਪਾਣੀ ਆਸਣ ਚਾਰ ਕੁੰਟ ਚੌਬਾਰ। ਕਹਿੰਦੇ ਆ ਜਿਹੜਾ ਧਰਤੀ ਦਾ ਪੁੜ ਪਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਨੇ ਸਥਿਤ ਕੀਤਾ ਹੋਇਆ, ਖਿਲਾਰਿਆ। ਬਸ ਇਸ ਧਰਤੀ ਉੱਤੇ ਜੋ ਆ ਆਪਾਂ ਨੂੰ ਦਿਖਾਈ ਦੇ ਰਿਹਾ ਇਹ ਪ੍ਰਮਾਤਮਾ ਦਾ ਚੁਬਾਰਾ ਹੀ ਹੈ। ਸਗਲ ਭਾਉਣ ਕੀ ਮੂਰਤ ਏਕਾ ਮੁਖ ਤੇਰਾ ਟਕਸਾਲਾ। ਕਹਿੰਦੇ ਪ੍ਰਮਾਤਮਾ ਤੇਰੀ ਟਕਸਾਲ ਤੋਂ ਸਾਰੀਆਂ ਮੂਰਤਾਂ ਘੜੀਆਂ ਗਈਆਂ। ਜਿਵੇਂ ਟਕਸਾਲ 'ਚ ਸਿੱਕੇ ਘੜੇ ਜਾਂਦੇ ਨੇ, ਕਰੰਸੀ ਬਣਦੀ। ਸਗਲ ਭਾਵਨ ਕੀ ਮੂਰਤ ਏਕਾ, ਕਹਿੰਦੇ ਸਾਰੇ ਭਾਵਨਾ ਦੀਆਂ ਮੂਰਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਟਕਸਾਲ 'ਚ ਬਣੀਆਂ ਨੇ। ਮੁਖ ਤੇਰਾ ਟਕਸਾਲਾ, ਤੂੰ ਹੀ ਮੁੱਖ ਟਕਸਾਲ ਹੈ ਜਿਸ ਵਿੱਚੋਂ ਇਹ ਸਾਰੀਆਂ ਸੂਰਤਾਂ, ਇਹ ਸਾਰੀਆਂ ਮੂਰਤਾਂ ਬਣਾਈਆਂ ਤੂੰ। ਮੇਰੇ ਸਾਹਿਬਾ ਤੇਰੇ ਚੋਜ ਵਡਾਣਾ। ਕਹਿੰਦੇ ਮੇਰੇ ਮਾਲਕ ਆਚਰਜ ਕੌਤਕ ਨੇ ਤੇਰੇ। ਚੋਜ ਹੁੰਦੇ ਕੌਤਕ, ਤੇ ਵਡਾਣਾ ਦਾ ਅਰਥ ਹੁੰਦਾ ਆਚਰਜ, ਹੈਰਾਨ ਕਰਨ ਵਾਲੇ ਤੇਰੇ ਕੌਤਕ ਹੈ। ਇਹ ਹੈਰਾਨ ਕਰਨ ਵਾਲੇ ਕੌਤਕ ਹੈ ਵੀ ਉਹ ਥੰਮ ਚੋਂ ਨਿਕਲ ਆਇਆ ਨਰਸਿੰਘ ਰੂਪ ਹੋ ਕੇ। ਇਦਾਂ ਤਾਂ ਕਦੀ ਨਹੀਂ ਹੋਇਆ ਵੀ ਅੱਧਾ ਸ਼ੇਰ ਹੋਵੇ ਅੱਧਾ ਬੰਦਾ ਹੋਵੇ, ਪਰ ਉਹਨੇ ਜਦੋਂ ਰੱਖਿਆ ਕਰਨੀ ਭਗਤੀ ਇਦਾਂ ਹੋ ਗਿਆ। ਆਚਰਜ ਕੌਤਕ ਸੀ ਇਹ। ਆਚਰਜ ਕੌਤਕ ਹੈ ਭਈ ਪੰਜਾਂ ਤੱਤਾਂ ਦਾ ਉਹਨੇ ਇਹ ਸੰਸਾਰ ਬਣਾਤਾ। ਹਾਲਾਂਕਿ ਪੰਜਾਂ ਤੱਤਾਂ ਦਾ ਆਪੋ ਵਿੱਚ ਦੀ ਸੁਭਾਅ ਹੀ ਨਹੀਂ ਰਲਦਾ। ਅੱਗ ਦਾ ਤੇ ਪਾਣੀ ਦਾ ਕੀ ਮੇਲ, ਪਰ ਉਹਨੇ ਪੰਜ ਤੱਤ, ਪਾਂਚ ਤੱਤ ਕਰ ਤੁਧ ਸ੍ਰੇਸ਼ਟ ਸਭ ਸਾਜੀ। ਕਹਿੰਦੇ ਸਾਰੀ ਸ੍ਰਿਸ਼ਟੀ ਪੰਜਾਂ ਤੱਤਾਂ ਤੋਂ ਬਣਾ ਦਿੱਤੀ। ਇਹ ਕਿੱਡਾ ਆਚਰਜ ਕੌਤਕ ਹੈ। ਇਹ ਆਚਰਜ ਕੌਤਕ ਹੀ ਹੈ ਨਾ ਪ੍ਰਮਾਤਮਾ ਦਾ। ਪ੍ਰਮਾਤਮਾ ਦਾ ਆਚਰਜ ਕੌਤਕ ਹੈ ਭਈ ਅਸਲ ਵਿੱਚ ਇਹ ਸਰੀਰ ਜੜ ਹੈ, ਪਰ ਉਹਨੇ ਇੱਕ ਜੋਤ ਇਹਦੇ ਵਿੱਚ ਟਿਕਾ ਦਿੱਤੀ ਜਿਹੜੀ ਦਿਖਾਈ ਆਪਾਂ ਨੂੰ ਕਦੇ ਨਹੀਂ ਦਿੱਤੀ। ਪਰ ਉਹਦੇ ਕਰਕੇ ਜੜ ਚੀਜ਼ ਵੀ ਚੇਤਨ ਹੋਈ ਫਿਰਦੀ, ਹਿਲਦਾ ਬੋਲਦਾ, ਖਾਂਦਾ ਪੀਂਦਾ, ਦੁੱਖ ਸੁੱਖ, ਧੁੱਪ ਛਾਂ, ਗਰਮੀ ਸਰਦੀ ਸਭ ਕੁਝ ਮਹਿਸੂਸ ਹੁੰਦਾ ਨਾ। ਕਿੰਨਾ ਆਚਰਜ ਕੌਤਕ ਹੈ ਵੀ ਇੱਕ ਜੋਤ ਹੈ ਇਹਦੇ 'ਚ। ਜਦੋਂ ਉਹ ਪਾਸੇ ਕਰ ਲੈਂਦਾ ਫਿਰ ਇਸੇ ਸਰੀਰ ਨੂੰ ਨਾ ਕੋਈ ਠੰਡ, ਨਾ ਕੋਈ ਗਰਮੀ, ਨਾ ਕੋਈ ਭੁੱਖ, ਨਾ ਕੋਈ ਤ੍ਰੇ, ਪਿਆ ਰਹਿੰਦਾ ਸਰੀਰ ਉਦਾਂ ਹੀ। ਇਹ ਆਚਰਜੀ ਕੌਤਕ ਹੈ ਵੀ ਅਸਲ ਵਿੱਚ ਉਹਨੇ ਇਸ ਜੜ ਚੀਜ਼ ਨੂੰ ਚੇਤਨ ਬਣਾਇਆ ਕਿਵੇਂ। ਹਜ਼ਾਰਾਂ ਕੌਤਕ ਤੁਸੀਂ ਜਿਵੇਂ ਵੀ ਦੇਖੀ ਜਾਵਾਂਗੇ, ਆਚਰਜੀ ਸਾਰੇ ਕੌਤਕ ਲੱਗਣਗੇ ਪ੍ਰਮਾਤਮਾ ਦੇ। ਆਚਰਜ, ਇਹ ਕਿੰਨਾ ਆਚਰਜ ਕੌਤਕ ਹੈ ਭਈ ਆ ਜਿਹੜਾ ਸ਼ਬਦ ਬਣ ਜਾਂਦਾ ਆਪਣੇ ਮੂੰਹ 'ਚ ਆ ਕੇ। ਹੈ ਤਾਂ ਨਾਭੀ 'ਚੋਂ ਤਾਂ ਹਵਾ ਹੀ ਚੱਲਦੀ ਨਾ ਜੀ, ਫਿਰ ਹਵਾ ਇੱਕ ਸ਼ਬਦ ਬਣ ਜਾਂਦੀ। ਆਪਾਂ ਜਦੋਂ ਗੱਲ ਕਰਦੇ ਹਾਂ ਸ਼ਬਦ ਨੂੰ ਫਿਰ ਵੱਖਰਾ ਵੱਖਰਾ ਰੂਪ ਕਿਵੇਂ ਦਿੱਤਾ ਜਾਂਦਾ। ਆਪਾਂ ਜ਼ਬਾਨ ਜਦੋਂ ਬੋਲਦੇ ਹਾਂ, ਜ਼ਬਾਨ ਕਦੀ ਤਾਲੂ ਨਾਲ ਲੱਗਦੀ, ਕਦੀ ਉਤਲੇ ਦੰਦਾਂ ਦੇ ਪਿਛਲੇ ਪਾਸੇ, ਕਦੀ ਥੱਲੜਲੇ ਦੰਦਾਂ ਦੇ ਪਿਛਲੇ ਪਾਸੇ, ਕਦੀ ਬੁੱਲ ਜੁੜਦੇ ਕਦੀ ਨਹੀਂ। ਫਿਰ ਜਾ ਕੇ ਇੱਕ ਸ਼ਬਦ ਬਣਦਾ। ਮੰਨ ਲਓ ਆਪਾਂ ਪੱਪਾ ਕਹਿਣਾ ਤੇ ਦੋਵੇਂ ਬੁੱਲ ਜੁੜਨਗੇ, ਪਰ ਤੱਤਾ ਕਹਿਣਾ ਤੇ ਨਹੀਂ ਜੁੜਨਗੇ। ਬਿਨਾਂ ਬੁੱਲ ਜੋੜਿਆ ਤਾਂ ਪੱਪਾ ਕਹਿ ਹੀ ਨਹੀਂ ਸਕਦੇ, ਤੇ ਜੋੜ ਕੇ ਤੱਤਾ ਨਹੀਂ ਕਹਿ ਸਕਦੇ। ਕਿੰਨਾ ਆਚਰਜ ਕੌਤਕ ਹੈ ਵੀ ਕੈਸੀ ਪ੍ਰਮਾਤਮਾ ਨੇ ਮੂੰਹ 'ਚ ਇੱਕ ਐਸੀ ਰਚਨਾ ਬਣਾ ਦਿੱਤੀ। ਸਿਰਫ ਜ਼ਬਾਨ ਨੇ ਹਵਾ ਨੂੰ ਐਸਾ ਰੋਕ ਦੇਣਾ ਜਿਹਦਾ ਇੱਕ ਸ਼ਬਦ ਬਣ ਜਾਣਾ। ਆਪਾਂ ਖਿਆਲ ਨਹੀਂ ਕਦੇ ਕੀਤਾ। ਉਵੇਂ ਆਚਰਜਤਾ ਵਾਲੀ ਇਹ ਗੱਲ ਹੈ ਵੀ ਕਿਵੇਂ ਪ੍ਰਮਾਤਮਾ ਨੇ ਕਲਾ ਬਣਾ ਦਿੱਤੀ।
ਦੰਦ, ਰਸਨਾ, ਮੁੱਖ, ਪਸ਼ੂਆਂ ਕੋਲੇ ਵੀ ਸਾਰਾ ਕੁਝ ਹੈਗਾ, ਲੇਕਿਨ ਉਹ ਸ਼ਬਦ ਨੂੰ ਇਹ ਰੂਪ ਦੇ ਨਹੀਂ ਸਕਦੇ, ਆਪਣੀ ਆਵਾਜ਼ ਦਾ ਸ਼ਬਦ ਨਹੀਂ ਬਣਾ ਸਕਦੇ। ਹਾਲਾਂਕਿ ਰਸਨਾ ਉਹਨਾਂ ਕੋਲੇ ਵੀ ਹੈਗੀ, ਮੂੰਹ 'ਚ ਮਾਸ ਦੀ ਆ, ਉਹਨਾਂ ਦਾ ਵੀ ਮੂੰਹ ਹੈ, ਦੰਦ ਵੀ ਹੈਗੇ ਨੇ, ਪਰ ਉਹ ਨਹੀਂ ਲਾ ਸਕਦੇ ਕਦੀ ਪਿਛਲੇ ਪਾਸੇ, ਕਦੀ ਤਾਲੂਆਂ, ਕਦੀ ਉੱਤੇ। ਉਹ ਆਪਣੀ ਆਵਾਜ਼ ਨੂੰ ਸ਼ਬਦ ਬਣਾ ਹੀ ਨਹੀਂ ਸਕਦੇ। ਇਹ ਕਲਾ ਪ੍ਰਮਾਤਮਾ ਨੇ ਮਨੁੱਖਾ ਸਰੀਰ 'ਚ ਬਣਾਈ। ਕਿੰਨੀ ਅਚਰਜ ਗੱਲ ਹੈ। ਕਹਿੰਦੇ ਮੇਰੇ ਸਾਹਿਬਾ ਤੇਰੇ ਚੋਜ ਵਡਾਣਾ, ਕਹਿੰਦੇ ਮਾਲਕਾ ਤੇਰੇ ਤੇ ਅਚਰਜ ਹੀ ਕੌਤਕ ਨੇ ਬਸ। ਜਲ ਥਲ ਮਹੀਲ ਭਰਪੁਰ ਲੀਣਾ, ਕਹਿੰਦੇ ਤੂੰ ਜਲਾਂ ਵਿੱਚ, ਥਲਾਂ ਵਿੱਚ, ਮਹੀ ਧਰਤੀ ਤੇ ਆਲ ਆਕਾਸ਼, ਸਾਰੇ ਪਾਸੇ ਪਰਿਪੂਰਨ, ਸਾਰੇ ਪਾਸੇ ਤੂੰ। ਜਲ ਥਲ ਮਹੀਲ ਭਰਪੁਰ ਲੀਣਾ, ਆਪੇ ਸਰਬ ਸਮਾਣਾ, ਕਹਿੰਦੇ ਸਾਰੇ ਪਾਸੇ ਆਪ ਹੀ ਸਮਾਇਆ ਹੋਇਆ ਤੂੰ। ਹੁਣ ਜਿੰਨੇ ਜੀਵ ਜਲ 'ਚ ਪੈਦਾ ਕੀਤੇ, ਉਹਨਾਂ 'ਚ ਵੀ ਜੋਤ ਉਸੇ ਅਕਾਲ ਪੁਰਖ ਵਾਹਿਗੁਰੂ ਦੀ। ਖੁਸ਼ਕੀ ਤੇ ਜਿੰਨੀ ਸ੍ਰਿਸ਼ਟੀ ਤੁਰੀ ਫਿਰਦੀ, ਉਹ ਵੀ ਸਭ ਪ੍ਰਮਾਤਮਾ ਦੀ ਜੋਤ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ, ਜਹ ਜਹ ਦੇਖਾਂ ਤਾਂ ਜੋਤ ਤੁਮਾਰੀ। ਜਿੱਥੇ ਦੇਖਦੇ ਕਹਿੰਦੇ ਤੇਰੀ ਜੋਤ ਹੀ ਸਾਨੂੰ ਦਿਖਾਈ ਦਿੰਦੀ, ਤੇਰੀ ਜੋਤ ਤੋਂ ਬਿਨਾਂ ਨਹੀਂ ਹੈ ਕੁਝ। ਜਹ ਜਹ ਦੇਖਾਂ ਤਾਂ ਜੋਤ ਤੁਮਾਰੀ, ਤੇਰਾ ਰੂਪ ਕਨੇਹਾ, ਕਹਿੰਦੇ ਸਾਰੇ ਪਾਸੇ ਤੇਰੀ ਜੋਤ ਹੈ, ਪਰ ਫਿਰ ਵੀ ਤੇਰਾ ਰੂਪ ਕੋਈ ਆਪਣਾ ਵਿਸ਼ੇਸ਼ ਵੱਖਰਾ ਹੈਗਾ ਹੀ ਨਹੀਂ। ਵੱਖਰਾ ਤੇਰਾ ਕੋਈ ਸਰੂਪ ਨਹੀਂ, ਉਵੇਂ ਸਾਰੇ ਪਾਸੇ ਤੂੰ ਹੀ ਹੈ। ਇੱਕ ਤਰੂਪ ਫਿਰਿਆ ਪ੍ਰਸੰਨਾ, ਕਹਿੰਦੇ ਇੱਕ ਸਾਰਾ ਕੁਝ ਆਪਣੇ ਤੋਂ ਤੂੰ ਬਣਾ ਕੇ ਤੇ ਫਿਰ ਵੀ ਆਪ ਗੁਪਤ ਹੈ, ਤੇਰੇ ਬਿਨਾਂ ਹੈ ਨਹੀਂ, ਇਹ ਹਿੱਲ ਨਹੀਂ ਸਕਦਾ ਸੰਸਾਰ। ਸਾਰੇ ਪਾਸੇ ਜੋਤ ਤੇਰੀ ਹੈ, ਪਰ ਦਿਖਾਈ ਤੂੰ ਫਿਰ ਵੀ ਨਹੀਂ ਦਿੰਦਾ, ਤੇਰਾ ਆਪਣਾ ਰੂਪ ਹੀ ਕੋਈ ਨਹੀਂ ਹੈਗਾ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ, ਜਿਹੇ ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨਾ ਸਕਤ ਕੇ। ਕੋਈ ਵੀ ਕਹਿ ਨਹੀਂ ਸਕਦਾ ਵੀ ਉਹਦਾ ਅਸਲ 'ਚ ਸਰੂਪ ਹੈ ਕੀ, ਕਿਉਂਕਿ ਹੈਗਾ ਹੀ ਨਹੀਂ ਕੋਈ। ਉਵੇਂ ਕਹਿੰਦੇ ਬਸ ਸਾਰੇ ਪਾਸੇ ਜੋਤ ਤੇਰੀ। ਜਿਵੇਂ ਆਪਾਂ ਆਰਤੀ ਦਾ ਸ਼ਬਦ ਪੜ੍ਹਦੇ ਹਾਂ ਨਾ, ਜਗਨਨਾਥਪੁਰੀ 'ਚ ਜਿਹੜਾ ਮਹਾਰਾਜ ਨੇ ਉਚਾਰਨ ਕੀਤਾ, ਗਗਨ ਮੈਂ ਥਾਲ ਰਾਬ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਪਾਪ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ, ਸੈਸ ਤਵ ਨੈਣ ਨਨ ਨੈਣ ਹੈ ਤੁਭੇ ਕੋ। ਕਹਿੰਦੇ ਕਿੰਨੀ ਕਮਾਲ ਦੀ ਗੱਲ ਹੈ ਵੀ ਇਹ ਹਜ਼ਾਰਾਂ ਨੇਤਰ ਤੇਰੇ ਹੀ ਨੇ, ਕਿਉਂਕਿ ਤੇਰੀ ਜੋਤ ਨਾ ਹੋਵੇ ਦੇਖ ਨਹੀਂ ਸਕਦੇ। ਸਭ ਨੈਣਾਂ ਵਿੱਚ ਤੂੰ ਬੈਠਾ, ਜੇ ਅਸਲ 'ਚ ਵੇਖੀਏ ਤੇ ਤੇਰਾ ਕੋਈ ਨੈਣ ਹੈਗਾ ਹੀ ਨਹੀਂ। ਉਵੇਂ ਸਾਰੇ ਨੈਣਾਂ 'ਚ ਤੂੰ ਆਪ ਬੈਠਾ, ਇਹ ਤੇਰੇ ਹੀ ਆ ਸਾਰੇ, ਪਰ ਆਪਣਾ ਤੇਰਾ ਫਿਰ ਵੀ ਕੋਈ ਨਹੀਂ ਹੈਗਾ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਇੱਕ ਤੋਹੀ, ਕਹਿੰਦੇ ਸਾਰੀਆਂ ਮੂਰਤਾਂ ਤੇਰੀਆਂ ਹੀ ਆ, ਪਰ ਅਸਲ ਵਿੱਚ ਆਪਣੀ ਤੇਰੀ ਕੋਈ ਵੀ ਨਹੀਂ। ਸਹਿਸ ਪਦ ਵਿਵੰਦਾਂ ਨੇ ਇੱਕ ਪਦ ਗੰਧ ਬਿਨ, ਹਜ਼ਾਰਾਂ ਕਹਿੰਦੇ ਨੇ ਤੇਰੇ ਇਹ ਨੈਣ ਨੇ, ਹਜ਼ਾਰਾਂ ਇਹ ਜਿਹੜੇ ਚਰਨ ਨੇ, ਪੈਰ ਨੇ, ਤੇਰੇ ਹੀ ਨੇ, ਪਰ ਅਸਲ ਵਿੱਚ ਇਹਨਾਂ 'ਚ ਫਿਰ ਵੀ ਕੋਈ ਤੇਰਾ ਆਪਣਾ ਨਹੀਂ ਹੈਗਾ। ਗੰਧ ਬਿਨ, ਤੂੰ ਬਿਨਾਂ ਨੱਕ ਤੋਂ ਹੈ। ਸਸਤਾ ਗੰਧ ਦੇ ਵਿਚਲਤ ਮੋਹੀ, ਕਹਿੰਦੇ ਜੇ ਦੇਖੀਏ ਤੇ ਹਜ਼ਾਰਾਂ ਨੱਕ ਤੇਰੇ ਹੀ ਨੇ ਜਿਹੜੇ ਸੁਗੰਧੀਆਂ ਲੈ ਰਹੇ। ਇਸ ਚਰਿੱਤਰ ਨੇ, ਇਸ ਕੌਤਕ ਨੇ, ਕਹਿੰਦੇ ਤੇਰੇ ਨੇ ਮੇਰਾ ਮਨ ਮੋਹ ਲਿਆ। ਸਹਸਤਾ ਗੰਧ ਇਹ ਚਲਤ ਮੋਹੀ, ਚਲਤ ਚਰਿੱਤਰ ਨੂੰ ਕਹਿੰਦੇ, ਕੌਤਕ ਨੂੰ ਕਹਿੰਦੇ ਜਦੋਂ ਮੈਂ ਬਰੀਕੀ ਨਾਲ ਸੋਚਿਆ ਤੇ ਤੇਰੇ ਇਸ ਕੌਤਕ ਨੇ ਮੇਰਾ ਮਨ ਹੀ ਮੋਹ ਲਿਆ। ਵੀ ਜੇ ਸਾਰੇ ਪਾਸੇ ਤੂੰ ਹੀ ਆ, ਅਸਲ ਵਿੱਚ ਤੂੰ ਹੈ ਵੀ ਨਹੀਂ, ਇਹ ਕੀ ਗੱਲ ਹੋਈ? ਕੋਈ ਸਰੂਪ ਵੀ ਤੇਰਾ ਹੈ ਨਹੀਂ, ਪਰ ਸਾਰੇ ਸਰੂਪਾਂ 'ਚ ਤੂੰ ਹੀ ਹੈ। ਜਹ ਜਹ ਦੇਖਾਂ ਤਾਂ ਜੋਤ ਤੁਮਾਰੀ, ਤੇਰਾ ਰੂਪ ਕਨੇਹਾ, ਕਹਿੰਦੇ ਤੇਰਾ ਅਸਲ ਰੂਪ ਹੈ ਕਿਹੜਾ? ਜਿਹੜੇ ਪਾਸੇ ਦੇਖਦੇ ਹੋ ਤਾਂ ਜੋਤ ਤੇਰੀ ਹੈ, ਸਾਰੇ ਰੂਪਾਂ 'ਚ ਤਾਂ ਤੂੰ ਹੀ ਹੈ। ਇੱਕ ਤਰੂਪ ਫਿਰਿਆ ਪ੍ਰਸੰਨਾ, ਕਹਿੰਦੇ ਇੱਕ ਸਰੂਪ ਹੈ ਤੂੰ ਜਿਹਦੇ ਤੋਂ ਸਭ ਪੈਦਾ ਕੀਤਾ, ਪਰ ਆਪ ਫਿਰ ਵੀ ਗੁਪਤ ਹੀ ਹੈ, ਲੁਕਿਆ ਹੀ ਹੋਇਆ। ਕੋਈ ਨਾ ਕਿਸ ਹੀ ਜਿਹਾ, ਫਿਰ ਤੂੰ ਇੰਨੇ ਜੀਵ ਪੈਦਾ ਕਰਕੇ ਕੋਈ ਕਿਸੇ ਵਰਗਾ ਨਹੀਂ ਬਣਾਇਆ, ਕਿਸੇ ਦੇ ਫਿੰਗਰਪ੍ਰਿੰਟ ਕਿਸੇ ਦੂਸਰੇ ਨਾਲ ਨਹੀਂ ਮੇਲ ਖਾਂਦੇ। ਅਰਬਾਂ ਮਾਡਲ ਤਿਆਰ ਕਰਕੇ ਫਿਰ ਵੀ ਉਹਨੇ ਕੋਈ ਕਿਸੇ ਨਾਲ ਮਿਲਣ ਨਹੀਂ ਦਿੱਤਾ, ਭੇਦ ਰੱਖਿਆ। ਜੇ ਕਿਤੇ ਕਿਸੇ ਦਾ ਚਿਹਰਾ ਕਿਸੇ ਨਾਲ ਰਲ ਵੀ ਜਾਵੇ ਤੇ ਹੱਥਾਂ ਪੈਰਾਂ ਦੇ ਨਿਸ਼ਾਨ ਕਦੀ ਨਹੀਂ ਰਲਣਗੇ। ਕੋਈ ਨਾ ਕਿਸ ਹੀ ਜਿਹਾ, ਅੰਡਜ ਜੇਰਜ ਉਤਪਜ ਸੇਤਜ, ਤੇਰੇ ਕੀਤੇ ਜਨਤਾ, ਕਹਿੰਦੇ ਆਂਡਿਆਂ ਤੋਂ ਪੈਦਾ ਹੋਣ ਵਾਲੇ, ਜੇਰ ਤੋਂ ਪੈਦਾ ਹੋਣ ਵਾਲੇ,
ਉਤਪੁੱਜ ਧਰਤੀ ਚੋਂ ਪੈਦਾ ਹੋਣ ਵਾਲੇ, ਸੇਤਜ ਪਸੀਨੇ ਤੋਂ ਮੈਲ ਤੋਂ ਬਣਨ ਵਾਲੇ ਜਿੰਨੇ ਜੀਵ ਸਾਰੇ ਤੇਰੇ ਹੀ ਪੈਦਾ ਕੀਤੇ ਨੇ, ਕਿਉਂਕਿ 4 ਖਾਣੀਆਂ ਨੇ ਜੀਵਾਂ ਨੂੰ ਪੈਦਾ ਕਰਨ ਲਈ ਪ੍ਰਮਾਤਮਾ ਨੇ ਬਣਾਈਆਂ। ਅੰਡਜ ਜੇਰ ਸੇਤੇ ਉਤਪੁੱਜ ਤੇਰੇ ਕੀਏ ਜਾਂ ਕਹਿੰਦੇ ਇਹਨਾਂ 4 ਖਾਣੀਆਂ ਤੋਂ ਜਿੰਨੇ ਜੀਵ ਪੈਦਾ ਕੀਤੇ ਸਾਰੇ ਤੇਰੇ ਪੈਦਾ ਕੀਤੇ ਨੇ, ਭਾਵੇਂ 4 ਖਾਣੀਆਂ ਦਾ ਕਰਤਾ ਤੂੰ ਹੈ। ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿਰਵੰਤ। ਕਹਿੰਦੇ ਇੱਕ ਕੌਤਕ ਅਸੀਂ ਤੇਰਾ ਦੇਖਿਆ ਤੂੰ ਸਾਰਿਆਂ ਵਿੱਚ ਵਸਿਆ ਹੋਇਆ, ਭਾਵੇਂ ਤੂੰ ਅੰਡਜ ਤੋਂ ਪੈਦਾ ਕੀਤੇ, ਜੇਰਜ ਤੋਂ ਪੈਦਾ ਕੀਤੇ, ਉਤਪੁੱਜ ਸੇਤਜ ਕੋਈ ਵੀ ਹੈ, ਸਾਰਿਆਂ ਵਿੱਚ ਅਸਲ ਵਿੱਚ ਹੈਗਾ ਤੂੰ ਹੀ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਕਹਿੰਦੇ ਤੇਰੇ ਤੇ ਬਹੁਤੇ ਹੀ ਗੁਣ ਨੇ, ਮੈਂ ਤਾਂ ਸਾਰੀ ਜ਼ਿੰਦਗੀ 'ਚ ਇੱਕ ਵੀ ਨਹੀਂ ਚੰਗੀ ਤਰ੍ਹਾਂ ਜਾਣ ਸਕਿਆ। ਤੇਰੇ ਇੱਕ ਗੁਣ ਨੂੰ ਵੀ ਚੰਗੀ ਤਰ੍ਹਾਂ ਮੈਂ ਸਮਝ ਨਹੀਂ ਸਕਿਆ। ਤੂੰ ਤੇ ਬੇਅੰਤ ਗੁਣਾਂ ਦਾ ਮਾਲਕ, ਜਿਹਬਾ ਏਕ ਕਵਣ ਗੁਣ ਕਹੀਆ, ਬੇਸ਼ੁਮਾਰ ਬੇਅੰਤ ਸੁਆਮੀ। ਤੇਰੋਂ ਅੰਤ ਨਾ ਕਹਿ ਨਹੀਂ ਲੈ, ਮੇਰੀ ਤੇ ਰਸਨਾ ਹੀ ਇੱਕ ਹੈ। ਤੂੰ ਤੇ ਬੇਸ਼ੁਮਾਰ ਬੇਅੰਤ ਗੁਣਾਂ ਦਾ ਮਾਲਕ ਹੈ। ਕਿਹੜੇ ਕਿਹੜੇ ਗੁਣ ਤੇਰੇ ਕਹਿ ਸਕਦੇ? ਤੇ ਇਹ ਹੈ ਵੀ ਬਿਲਕੁਲ ਠੀਕ। ਇੱਕ ਗੁਣ ਪ੍ਰਮਾਤਮਾ ਦਾ ਸਾਰੀ ਉਮਰ ਆਪਾਂ ਵਿਆਖਿਆ ਕਰੀਏ ਤੇ ਮੁੱਕ ਨਹੀਂ ਸਕਦਾ। ਕਿਸੇ ਇੱਕ ਗੁਣ ਦੀ ਵਿਆਖਿਆ ਸਾਰੀ ਉਮਰ ਲੱਗੇ ਰਹੀਏ ਤਾਂ ਵੀ ਦੱਸ ਨਹੀਂ ਸਕਾਂਗੇ। ਕੋਈ ਇੱਕ ਗੁਣ ਤੁਸੀਂ ਲੈ ਲਓ ਕੁਦਰਤ ਵਿੱਚੋਂ ਪ੍ਰਮਾਤਮਾ ਦਾ, ਸਾਰੀ ਉਮਰ ਸਾਧ ਸੰਗਤ ਜੀ ਉਹਨੂੰ ਨਹੀਂ ਆਪਾਂ ਖੋਲ ਕੇ ਦੱਸ ਸਕਦੇ। ਮੰਨ ਲਓ ਪ੍ਰਮਾਤਮਾ ਨੇ ਫੁੱਲ ਪੈਦਾ ਕੀਤੇ, ਕਿਵੇਂ ਫੁੱਲ ਖਿੜਦਾ ਤੇ ਉਹ ਫੁੱਲ ਦਾ ਡਿਜ਼ਾਈਨ ਕੌਣ ਤਿਆਰ ਕਰਦਾ? ਕਮਾਲ ਦੀ ਬਣਤਰ ਹੁੰਦੀ ਫੁੱਲਾਂ ਦੀ, ਹਰ ਫੁੱਲ ਦਾ ਰੰਗ ਵੱਖਰਾ। ਫਿਰ ਉਹਦੇ 'ਚ ਸੁਗੰਧੀ ਕੌਣ ਭਰਦਾ? ਮਕਰਾਂਦ ਰਸ ਕਿਵੇਂ ਉਹਦੇ 'ਚ ਤਿਆਰ ਹੁੰਦਾ? ਉਸ ਰਸ ਵਿੱਚੋਂ ਮੱਖੀਆਂ ਸ਼ਹਿਦ ਕਿਵੇਂ ਬਣਾ ਲੈਂਦੀਆਂ? ਇਹ ਕੀ ਕਲਾ ਪਰਮਾਤਮਾ। ਕਹਿੰਦੇ ਬਸ ਇੱਕ ਗੁਣ ਭਾਵੇਂ ਸਾਹਮਣੇ ਰੱਖ ਲਓ, ਸਾਰੀ ਉਮਰ ਲੱਗੇ ਰਹੋ, ਪਰਮਾਤਮਾ ਦੇ ਇੱਕ ਗੁਣ ਦੀ ਵੀ ਵਿਆਖਿਆ ਨਹੀਂ ਹੋ ਸਕਦੀ ਚੰਗੀ ਤਰ੍ਹਾਂ। ਤੇ ਉਹ ਤੇ ਬੇਅੰਤ ਗੁਣਾਂ ਦਾ ਮਾਲਕ। ਜਦੋਂ ਫੁੱਲਾਂ ਦੀ ਆਪਾਂ ਬਣਤਰ ਦੇਖਦੇ ਹਾਂ ਹੈਰਾਨ ਹੋ ਜਾਈਦਾ ਵੀ ਇਹ ਕਿਵੇਂ ਬਣਦਾ ਸਾਰਾ ਡਿਜ਼ਾਈਨ, ਕੌਣ ਬਣਾਉਂਦਾ? ਪੰਛੀਆਂ ਦੇ ਖੰਭਾਂ ਤੇ ਚਿੱਤਰਕਾਰੀ ਕਿਹਨੇ ਕੀਤੀ? ਕੌਣ ਹੈ ਇਸ ਸਾਰੀ ਕਲਾ ਦੇ ਪਿੱਛੇ? ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਕਹਿੰਦੇ ਤੇਰੇ ਤੇ ਬਹੁਤੇ ਹੀ ਗੁਣ ਨੇ, ਮੈਂ ਤਾਂ ਚੰਗੀ ਤਰ੍ਹਾਂ ਇੱਕ ਵੀ ਨਹੀਂ ਜਾਣ ਸਕਿਆ। ਮੈਂ ਮੂਰਖ ਕਿਛ ਦੀਜੈ। ਕਹਿੰਦੇ ਕਿ ਮੇਰੇ ਮੂਰਖ ਤੇ ਵੀ ਕਿਰਪਾ ਕਰ ਮਹਾਰਾਜ, ਤੂੰ ਇੰਨੇ ਗੁਣਾਂ ਦਾ ਮਾਲਕ ਆ, ਮੈਂ ਤਾਂ ਇੱਕ ਵੀ ਨਹੀਂ ਸਮਝ ਸਕਿਆ ਕਿਉਂਕਿ ਮੈਂ ਮੂਰਖ ਹਾਂ, ਮੇਰੇ ਤੇ ਕਿਰਪਾ ਕਰ। ਮੈਂ ਮੂਰਖ ਕਿਛ ਦੀਜੈ। ਪਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਮਹਾਰਾਜ ਸਾਡੀ ਬੇਨਤੀ ਹੈ, ਅਸੀਂ ਤੇ ਪੱਥਰਾਂ ਦੀ ਤਰ੍ਹਾਂ ਪਾਪਾਂ ਕਰਕੇ ਭਾਰੇ ਹਾਂ, ਸਾਨੂੰ ਡੁੱਬਦਿਆਂ ਨੂੰ ਤੂੰ ਬਚਾ। ਤੇਰੀ ਮਰਜ਼ੀ ਹੋਵੇ ਤੇ ਪੱਥਰ ਵੀ ਤਰ ਸਕਦੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਤੇਰੀ ਮਰਜ਼ੀ ਹੋਵੇ ਤੂੰ ਪੱਥਰ ਤਾਰ ਸਕਦਾ। ਅਸੀਂ ਤੇ ਪੱਥਰਾਂ ਵਰਗੇ ਭਾਰੇ ਹੋ ਗਏ ਪਾਪਾਂ ਕਰਕੇ, ਤੂੰ ਕਿਰਪਾ ਕਰਕੇ ਤਾਰ। ਕਿਉਂਕਿ ਭਾਰੀ ਚੀਜ਼ ਸਾਧ ਸੰਗਤ ਜੀ ਆਪਾਂ ਹੱਥ 'ਚ ਵੀ ਫੜੀ ਹੋਵੇ ਤੇ ਔਖਾ ਤਰਨਾ, ਤੇ ਜਿਹੜਾ ਪੱਥਰ ਵਰਗਾ ਹੋ ਗਿਆ ਭਾਰਾ ਉਹ ਕਿਵੇਂ ਤਰ ਸਕਦਾ? ਪਰਮਾਤਮਾ ਦੀ ਮਰਜ਼ੀ ਹੋਵੇ ਤੇ ਫੇਰ ਹੀ ਤਾਰ ਸਕਦਾ, ਫਿਰ ਉਹ ਤਾਂ ਪੱਥਰ ਵੀ ਤਾਰ ਦੇਗਾ। ਗੁਰਮੁਖ ਸਾਇਰ ਪਾਖਣ ਤਾਰੇ, ਮਹਾਰਾਜ ਦੇ ਬਚਨ। ਗੁਰਮੁਖ ਸਾਇਰ ਪਾਹਣ ਤਾਰੇ, ਉਹਦੀ ਸਾਇਰ ਸਮੁੰਦਰ ਨੂੰ ਕਹਿੰਦੇ, ਉਹਦੀ ਮਰਜ਼ੀ ਹੋਵੇ ਤੇ ਸਮੁੰਦਰ ਤੇ ਪੱਥਰ ਤਰਨ ਲੱਗ ਪਏ, ਉਹਦੀ ਇੱਛਾ। ਉਵੇਂ ਔਖਾ। ਪਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਮਹਾਰਾਜ ਅਸੀਂ ਪੱਥਰ ਵਰਗੇ ਹਾਂ, ਪੱਥਰ ਨੇ ਤੇ ਡੁੱਬਣਾ ਹੀ ਹੁੰਦਾ, ਪਰ ਤੇਰੀ ਮਰਜ਼ੀ ਹੋਵੇ ਤੂੰ ਤਾਰ ਸਕਦਾ। ਪੱਥਰਾਂ ਵਰਗੇ ਭਾਰਿਆਂ ਨੂੰ ਵੀ ਤੂੰ ਪਾਪਾਂ ਤੋਂ ਪੰਡ ਹੌਲੀ ਕਰਕੇ ਤਾਰ ਸਕਦਾ। ਸੋਠ ਮਹੱਲਾ ਪਹਿਲਾ। ਹਉ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ। ਮਹਾਰਾਜ ਮੈਂ ਤਾਂ ਪਾਪੀ ਹਾਂ, ਪਖੰਡੀ ਹਾਂ ਵੱਡਾ, ਫਿਰ ਤੂੰ ਨਿਰਮਲ ਹੈ, ਨਿਰੰਕਾਰੀ ਹੈ ਤੂੰ। ਮੈਂ ਤਾਂ ਪਾਪ ਕਰਨ ਵਾਲਾ। ਇਹ ਵੀ ਕੋਈ ਨਿਮਰਤਾ ਨਹੀਂ ਸਾਧ ਸੰਗਤ ਜੀ ਬੰਦਾ ਕਹਿ ਸਕਦਾ, ਕੋਈ ਅੰਦਰੋਂ ਇਹ ਗੱਲ ਮੰਨੇ ਵੀ ਮਹਾਰਾਜ ਮੈਂ ਤਾਂ ਇਦਾਂ ਦਾ ਹੀ ਹਾਂ,
ਜਾਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਆਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਕੋਈ ਜਾਪ ਨਹੀਂ ਕੀਤਾ, ਤਪ ਨਹੀਂ ਕੀਤਾ, ਧਰਮ ਦੀ ਕਮਾਈ ਨਹੀਂ ਕੀਤੀ, ਕਦੀ ਹਰੀ ਨੂੰ ਜਾਣਨ ਦਾ ਯਤਨ ਨਹੀਂ ਕੀਤਾ। ਮੈਂ ਤਾਂ ਇਦਾਂ ਦਾ, ਉਵੇਂ ਦਿਖਾਵੇ ਦੀ ਖਾਤਰ ਤਾਂ ਬਹੁਤ ਲੋਕ ਕਹਿਣਗੇ ਉਹ ਅਸੀਂ, ਸਾਡੀ ਕਿਹੜੀ ਗੱਲ ਜੀ, ਅਸੀਂ ਤਾਂ ਮਨਮੁਖ ਜੇ ਹੈਗੇ ਆ। ਪਰ ਜੇ ਕੋਈ ਦੂਜਾ ਉਹਨਾਂ ਨੂੰ ਕਹਿ ਦਿਓ ਮਨਮੁਖਾ ਤਾਂ ਸਿਰ ਪਾੜ ਦੇਣਗੇ। ਅੰਦਰੋਂ ਬੰਦਾ ਮੰਨੇ ਹਾਂ ਪਾਪੀ ਪਤਤ ਪਰਮ ਪਾਖੰਡੀ। ਮਹਾਰਾਜ ਮੈਂ ਪਾਪੀ ਹਾਂ, ਵੱਡਾ ਪਖੰਡੀ ਹਾਂ, ਅਪਵਿੱਤਰ ਹੋ ਗਿਆ ਪਾਪ ਕਰ ਕਰਕੇ। ਤੂੰ ਨਿਰਮਲ ਨਿਰੰਕਾਰੀ, ਤੂੰ ਨਿਰਮਲ ਹੈ, ਤੇਰੀ ਮਿਹਰ ਹੋ ਜਾਏ ਤੇ ਮੈਂ ਵੀ ਨਿਰਮਲ ਹੋ ਸਕਦਾ। ਅੰਮ੍ਰਿਤ ਚਾਖ ਪਰਮ ਰਸ ਰਾਤੇ, ਜਿਨ੍ਹਾਂ ਨੇ ਨਾਮ ਅੰਮ੍ਰਿਤ ਦਾ ਰਸ ਚਖਿਆ ਉਹ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ। ਠਾਕੁਰ ਸ਼ਰਨ ਤੁਮਾਰੀ, ਇਸ ਕਰਕੇ ਮਹਾਰਾਜ ਅਸੀਂ ਤੁਹਾਡੀ ਸ਼ਰਨ ਚ ਆਏ ਹਾਂ। ਜਿਨ੍ਹਾਂ ਨੇ ਤੁਸੀਂ ਪਵਿੱਤਰ ਕਰ ਦਿੱਤਾ ਉਹਨਾਂ ਦੀ ਸੰਗਤ ਬਖਸ਼ੋ ਕਿਰਪਾ ਕਰਕੇ, ਕਿਉਂਕਿ ਮੇਰੇ ਵੀ ਪਾਪ ਉਤਰ ਜਾਣ। ਮੈਂ ਤਾਂ ਪਖੰਡ ਹੀ ਕਰਦਾ ਰਿਹਾ ਅੱਜ ਤੱਕ। ਮੈਂ ਪਖੰਡੀ ਹਾਂ, ਪਾਪੀ ਹਾਂ, ਪਵਿੱਤਰ ਹੋ ਗਿਆ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪਰਣਤ ਨਾਨਕ ਉਤਾਰੇ ਸੋਏ। ਇਹ ਕਹਿਣਾ ਵੀ ਮੈਂ ਨਹੀਂ ਚੰਗਾ, ਬਾਕੀ ਤੇ ਕੋਈ ਬੁਰਾ ਨਹੀਂ, ਬਾਕੀ ਸਾਰੇ ਚੰਗੇ ਆ। ਪਰ ਬੜਾ ਔਖਾ ਹੁੰਦਾ ਇਹ ਕਹਿਣਾ। ਬੰਦੇ ਨੂੰ ਭਰਮ ਬਣਿਆ ਹੁੰਦਾ ਵੀ ਮੈਂ ਹੀ ਚੰਗਾ, ਬਾਕੀ ਤੇ ਉਦਾਂ ਹੀ ਤੁਰੇ ਫਿਰਦੇ ਸਾਰੇ। ਮਨੋਂ ਇਹ ਗੱਲ ਕਹਿਣੀ ਵੀ ਮਹਾਰਾਜ ਮੇਰੇ 'ਚ ਬੜੇ ਔਗਣ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਾਹਗਾਰ। ਮਹਾਰਾਜ ਤੁਸੀਂ ਕਿਰਪਾ ਕਰਕੇ ਬਖਸ਼ੋ, ਅਸੀਂ ਤੇ ਬੜੇ ਗੁਨਾਹਗਾਰ ਹਾਂ। ਤੁਸੀਂ ਕਿਰਪਾ ਕਰੋ ਤਾਂ ਬਖਸ਼ੇ ਜਾਵਾਂਗੇ। ਅੰਮ੍ਰਿਤ ਚਾਖ ਪਰਮ ਰਸ ਰਾਤੇ, ਠਾਕੁਰ ਸ਼ਰਨ ਤੁਮਾਰੀ। ਕਰਤਾ ਤੂੰ ਮੈਂ ਮਾਣ ਨੇ ਮਾਣੇ, ਹੇ ਕਰਤਾ ਪੁਰਖ ਅਕਾਲ ਪੁਰਖ ਜੀ, ਮੇਰੇ ਨਿਮਾਣੇ ਦਾ ਮਾਣ ਤੂੰ ਹੈ। ਤੇਰੇ ਤੋਂ ਬਿਨਾਂ ਮੈਨੂੰ ਆਸਰਾ ਨਹੀਂ ਹੈ ਕੋਈ। ਤੀਸਰੇ ਪਾਤਸ਼ਾਹ ਜੀ ਨੇ ਬਖਸ਼ਾਂ ਕੀਤੀਆਂ ਨਾ, ਕਹਿੰਦੇ ਦੂਸਰੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ ਤੂੰ ਨਿਮਾਣਿਆਂ ਦਾ ਮਾਣ, ਨਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ, ਨਿਤਰਿਆਂ ਦੀ ਤਿਹਰਨ, ਗੱਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਕਿੰਨਾ ਕੁਝ ਆਖਿਆ। ਵਾਕਈ ਮਹਾਰਾਜ ਸੱਚੇ ਪਾਤਸ਼ਾਹ ਨਤਾਣਿਆਂ ਦੇ ਤਾਣ ਨੇ। ਇੰਨਾ ਰੋਗੀ ਸੀ ਪ੍ਰੇਮਾ, ਕੋਈ ਕੋਲ ਵੀ ਨਹੀਂ ਸੀ ਬਿਠਾਉਂਦਾ। ਮਹਾਰਾਜ ਨੇ ਤੰਦਰੁਸਤੀ ਨਹੀਂ ਕੀਤਾ, ਬ੍ਰਹਮ ਗਿਆਨ ਬਖਸ਼ਿਆ, ਉਹਦੀ ਸ਼ਾਦੀ ਕੀਤੀ, ਉਹਨੂੰ ਮੰਜੀ ਬਖਸ਼ੀ। ਤੇ ਜਦੋਂ ਉਹਦੀ ਸ਼ਾਦੀ ਕੀਤੀ, ਉਹ ਜਿਸ ਬੀਬੀ ਨਾਲ ਸ਼ਾਦੀ ਕਰਨੀ ਸੀ, ਉਹਦੀ ਮਾਤਾ ਆਣ ਕੇ ਕਹਿੰਦੀ ਵੀ ਇਹਦਾ ਤਾਂ ਕੋਈ ਖਾਨਦਾਨ ਦਾ ਹੀ ਨਹੀਂ ਪਤਾ। ਤੇ ਮਹਾਰਾਜ ਠੀਕ ਹੈ ਤੁਸੀਂ ਇਹਨੂੰ ਤੰਦਰੁਸਤ ਕਰ ਦਿੱਤਾ, ਪਰ ਹੁਣ ਇਹਦੇ ਨਾਲ ਥੋੜਾ ਅਸੀਂ ਆਪਣੀ ਬੱਚੀ ਵਿਆਹ ਸਕਦੇ ਹਾਂ। ਇਹਦਾ ਕੀ, ਇਹਦੇ ਮਾਤਾ ਪਿਤਾ ਦਾ ਨਹੀਂ ਕੋਈ ਟਿਕਾਣਾ ਪਤਾ, ਕੋਈ ਇਹਦਾ ਖਾਨਦਾਨ, ਅੱਗੇ ਪਿੱਛੇ ਇਹਦੇ ਕੌਣ ਹੈ। ਮਹਾਰਾਜ ਨੇ ਆਖਿਆ ਇਹਦੇ ਅੱਗੇ ਪਿੱਛੇ ਅਸੀਂ ਹਾਂ, ਇਹਦਾ ਅਸੀਂ ਖਾਨਦਾਨ ਆ, ਅਸੀਂ ਮਾਤਾ ਪਿਤਾ ਇਹਦੇ। ਸਾਡੇ ਤੇ ਭਰੋਸਾ ਨਾ ਕਰੋ, ਇਹਦਾ ਆਨੰਦ ਕਾਰਜ। ਮਹਾਰਾਜ ਨੇ ਕੀਤਾ ਫਿਰ, ਕਿਉਂਕਿ ਨਤਾਣਿਆਂ ਦੇ ਤਾਣ ਹੈ। ਨਿਮਾਣੇ ਦਾ ਜਿਸ ਨੂੰ, ਜਿਹਦਾ ਕੋਈ ਮਾਣ ਨਹੀਂ ਵਿਚਾਰੇ ਦਾ ਕਰਦਾ, ਉਹਦਾ ਮਾਣ ਫਿਰ ਗੁਰੂ ਸਾਹਿਬ ਬਣ ਜਾਂਦੇ। ਕਰਤਾ ਤੂੰ ਮੈਂ ਮਾਣ ਨੇ ਮਾਣੇ, ਹੇ ਕਰਤੇ ਤੂੰ ਮੇਰਾ ਨਿਮਾਣੇ ਦਾ ਮਾਣ ਹੈ। ਮਾਣ ਮਹਤ ਨਾਮ ਧਨ ਪੱਲੇ, ਕਹਿੰਦੇ ਇਹ ਨਾਮ ਦਾ ਧਨ ਤੂੰ ਜਿਨ੍ਹਾਂ ਦੇ ਪੱਲੇ ਬਖਸ਼ ਦਿੰਦਾ, ਉਹਨਾਂ ਨੂੰ ਵੱਡਾ ਮਾਣ ਤੇ ਵੱਡੇ ਮਰਾਤਬੇ ਮਿਲਦੇ। ਸੱਚਾ ਸ਼ਬਦ ਸਮਾਣੇ, ਉਹ ਫਿਰ ਸੱਚੇ ਸ਼ਬਦ ਵਿੱਚ ਹੀ ਸਮਾ ਜਾਂਦੇ, ਜਿਨ੍ਹਾਂ ਨੂੰ ਤੂੰ ਕਿਰਪਾ ਕਰਕੇ ਨਾਮ ਬਖਸ਼ ਦਿੰਦਾ। ਕਿਉਂਕਿ ਨਾਮ ਕਰਕੇ ਸਾਧ ਸੰਗਤ ਜੀ ਇਹ ਸਭ ਵਡਿਆਈਆਂ ਨਾਮ ਕਰਕੇ ਹੁੰਦੀਆਂ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ, ਤੂੰ ਪੂਰਾ ਹਮ ਊਰੇ ਹੋਛੇ। ਤੂੰ ਪੂਰਾ ਤੇ ਅਸੀਂ ਊਣੇ ਆ, ਫਿਰ ਹੈ ਵੀ ਹੋਸ਼ੇ, ਮਤ ਵੀ ਹੋਸ਼ੀ ਸਾਡੀ। ਤੂੰ ਪੂਰਾ ਹਮ ਊਰੇ ਹੋਸ਼ੇ, ਤੂੰ ਗੌਰਾ ਹਮ ਹੌਰੇ। ਤੂੰ ਭਾਰਾ ਅਸੀਂ ਹੌਲੇ। ਤੁਝ ਹੀ ਮਨ ਰਾਤੇ ਅਹਨਸ ਪ੍ਰਭਾਤੇ, ਕਹਿੰਦੇ ਮਨ ਤੇਰੇ ਪ੍ਰੇਮ ਰੰਗ ਚ ਰੰਗਣਾ ਚਾਹੁੰਦੇ ਆ ਦਿਨੇ ਰਾਤ। ਹਰ ਰਸਨਾ ਜਪ ਮਨ ਰੇ, ਚਾਹੁੰਦੇ ਆ ਵੀ ਸਾਡਾ ਮਨ, ਸਾਡੀ ਰਸਨਾ ਹਰੀ ਨੂੰ ਜਪਣ ਲੱਗ ਪਏ। ਮਹਾਰਾਜ ਤੁਸੀਂ ਭਾਰੇ ਗੌਰੇ ਜੇ, ਅਸੀਂ ਹੌਲੇ ਆ, ਕੋਈ ਗੁਣ ਹੀ ਨਹੀਂ ਹੈਗਾ। ਤੁਮ ਸਾਚੇ ਹਮ ਤੁਮ ਹੀ ਰਾਚੇ,
ਮਹਾਰਾਜ ਤੁਸੀਂ ਸੱਚ ਸਰੂਪ ਜੇ ਤੇ ਅਸੀਂ ਤੁਹਾਡੇ ਪ੍ਰੇਮ ਵਿੱਚ ਆਪਣਾ ਮਨ ਰੰਗਣਾ ਚਾਹੁੰਦੇ। ਸ਼ਬਦ ਭੇਦ ਫੁਨ ਸੱਚ, ਸ਼ਬਦ ਦੁਆਰਾ ਕਹਿੰਦੇ ਆਪਣੇ ਮਨ ਨੂੰ ਵਿੰਨ ਕੇ ਫਿਰ ਅਸੀਂ ਸੱਚੇ ਵਿੱਚ ਸਮਾ ਜਾਈਏ, ਐਸੀ ਸਾਡੇ ਤੇ ਕਿਰਪਾ ਕਰੋ। ਅਹਨਸ ਨਾਮ ਰੱਤੇ ਸੇ ਸੂਚੇ, ਕਹਿੰਦੇ ਜਿਹੜੇ ਦਿਨੇ ਰਾਤ ਪ੍ਰੇਮ ਰੰਗ ਚ ਰੰਗੇ ਨੇ ਗੁਰਮੁਖੋ, ਉਹ ਸੁੱਚੇ ਹੁੰਦੇ ਨੇ, ਉਹ ਪਵਿੱਤਰ ਨੇ। ਸੂਚੇ ਹੈ ਨਾ ਆਖੀਏ ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਕਹਿੰਦੇ ਨਾਮ ਕਰਕੇ, ਸ਼ਬਦ ਦੇ ਅਭਿਆਸ ਕਰਕੇ ਬੰਦਾ ਪਵਿੱਤਰ ਹੁੰਦਾ। ਅਹਨਸ ਨਾਮ ਰੱਤੇ ਸੇ ਸੂਚੇ, ਮਰ ਜਨਮੇ ਸੇ ਕੱਚੇ, ਕਹਿੰਦੇ ਜਿਹੜੇ ਕੱਚੇ ਨੇ ਉਹ ਤਾਂ ਜਨਮ ਮਰਨ ਦੇ ਗੇੜ ਚੋਂ ਹੀ ਨਹੀਂ ਨਿਕਲ ਸਕਦੇ। ਅਵਰ ਨਾ ਦਿਸੈ ਕਿਸ ਸਾਲਾਹੀ, ਮਹਾਰਾਜ ਕੋਈ ਤੁਹਾਡੇ ਵਰਗਾ ਹੋਰ ਦਿਸਦਾ ਨਹੀਂ, ਹੋਰ ਕਿਸੇ ਦੀ ਸਿਫਤ ਕੀ ਕਰੀਏ, ਕਿਸ ਦੀ ਸਿਫਤ ਸਲਾਹ ਕਰੀਏ, ਕੋਈ ਤੁਹਾਡੇ ਵਰਗਾ ਹੈਗਾ ਨਹੀਂ। ਤਿਸੈ ਸ਼ਰੀਕ ਨਾ ਕੋਈ, ਮਹਾਰਾਜ ਸ਼ਰੀਕ ਵੀ ਨਹੀਂ ਤੁਹਾਡਾ ਕੋਈ, ਤੁਹਾਡੇ ਨਾਲ ਕੋਈ ਸ਼ਰੀਕਾ ਬਰਾਬਰੀ ਕਰ ਨਹੀਂ ਸਕਦਾ। ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤਿ ਜਾਣਿਆ ਸੋਈ, ਕਹਿੰਦੇ ਗੁਰਮਤਿ ਦੁਆਰਾ ਇੰਨਾ ਕੁ ਜਾਣ ਸਕੇ ਆ, ਜਿਹੜੇ ਤੁਹਾਡੇ ਪ੍ਰੇਮ ਰੰਗ ਚ ਰੰਗੇ ਨੇ ਉਹਨਾਂ ਦਾਸਾਂ ਦੇ ਅੱਗੇ ਅਸੀਂ ਦਾਸ ਬਣ ਜਾਈਏ, ਸਾਡਾ ਤਾਂ ਵੀ ਭਲਾ ਹੋ ਜਾਏਗਾ। ਤੁਸੀਂ ਸਿੱਧਾ ਸਾਨੂੰ ਆਪਣੇ ਦਾਸ ਨਾਮ ਹੀ ਬਣਾਓਗੇ, ਜਿਨ੍ਹਾਂ ਤੇ ਤੁਸੀਂ ਕਿਰਪਾ ਕੀਤੀ ਉਹਨਾਂ ਦੇ ਦਾਸ ਬਣਾ ਦਿਓ ਅੱਗੋਂ, ਸਾਡਾ ਤਾਂ ਵੀ ਭਲਾ ਹੀ। ਪ੍ਰਣਵਤ ਨਾਨਕ ਦਾਸਨ ਦਾਸਾ, ਤੁਹਾਡੇ ਦਾਸਾਂ ਦੇ ਦਾਸ ਬਣ ਜਾਈਏ। ਗੁਰਮਤਿ ਜਾਣਿਆ ਸੋਈ, ਕਹਿੰਦੇ ਗੁਰਮਤਿ ਦੁਆਰਾ, ਗੁਰੂ ਉਪਦੇਸ਼ ਦੁਆਰਾ ਇਸ ਗੱਲ ਦੀ ਸਮਝ ਆਈ, ਮਹਾਰਾਜ ਜੀ ਦੇ ਦਰੋਂ ਬਖਸ਼ਿਆ ਹੋਇਆਂ ਦੇ ਅੱਗਿਓਂ ਸੇਵਕ ਬਣ ਜਾਵਾਂਗੇ ਤਾਂ ਵੀ ਬਖਸ਼ੇ ਜਾਵਾਂਗੇ। ਇਹ ਸਭ ਸੰਗਤ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਸੋਠ ਰਾਗ ਵਿੱਚ ਆਪਾਂ ਵਿਚਾਰਦੇ ਪਏ ਹਾਂ। ਗੁਰੂ ਸਾਹਿਬ ਜੀ ਕਿਰਪਾ ਕਰਨ, ਆਪਣੀ ਹਾਜ਼ਰੀ ਮਹਾਰਾਜ ਜੀ ਦੇ ਦਰ ਤੇ ਪ੍ਰਵਾਨ ਹੋਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਲੇਖਾ ਕਤੇ ਨਾ ਛੁਟੀਐ, ਖਨ ਖਨ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਇ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਓ ਹਰੀ ਕੇਰਾ, ਮਨ ਜਿਨੇ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਹੈ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ।